ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੋ ਨਹਿ ਭਇਓ ਆਪ ਮਰ ਗਇਓ ਭਾਵੀ ਆਏ ਅਚਾਨਕ ਹੈਓ ਉਤ ਚੰਦੂ ਦੁਖੀਆ ਪਛੁਤਾਵੈ ਦੇਖੈ ਸੁਤਾ ਬਦਨ ਮੁਰਝਾਵੈ ਸੋ ਨਹਿ ਭਇਓ ਆਪ ਮਰ ਗਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪਰਤਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਾਹਿਬਾਂ ਦੀ ਅਪਰਿਅਪਾਰ ਕਿਰਪਾ ਰਹਿਮਤ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀ ਭਰਦਿਆਂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਦਾਰ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਦੇ ਮਹਾਨ ਅਸਥਾਨ 'ਤੇ ਹਾਜ਼ਰੀ ਭਰੀ ਹੈ। ਗੁਰੂ ਪਾਤਸ਼ਾਹ ਦੇ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਪਾਤਸ਼ਾਹ ਦੇ ਜੀਵਨ ਬਿਰਤਾਂਤ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਨਾਲ ਅਕਾਰਨ ਹੀ
ਪਿਰਥੀ ਚੰਦ ਸੁਲੀ ਖਾਂ ਨੇ ਵੈਰ ਵਿਰੋਧ ਕਰਦਿਆਂ ਹੋਇਆਂ ਇਹ ਉਪਰਾਲਾ ਯਤਨ ਕੀਤਾ ਕਿ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨੁਕਸਾਨ ਪਹੁੰਚਾਇਆ ਜਾਏ, ਪਰ ਜੋ ਅਕਾਲ ਪੁਰਖ ਪਰਮੇਸ਼ਰ ਨੂੰ ਮਨਜ਼ੂਰ ਸੀ ਉਹ ਹੋ ਗਿਆ। ਪਿਰਥੀ ਚੰਦ ਦਾ ਮਿੱਤਰ ਸੁਲੀ ਖਾਂ ਪਠਾਨ ਆਵੇ ਦੀ ਅੱਗ ਵਿੱਚ ਸੜ ਕੇ ਭੜਥਾ ਹੋ ਗਿਆ, ਮਰ ਮੁੱਕ ਗਿਆ। ਉਹਦੇ ਮਰ ਜਾਣ ਤੋਂ ਬਾਅਦ ਪਿਰਥੀ ਚੰਦ ਕਈ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਮਨ ਵਿੱਚ ਕਰਦਾ ਹੈ ਕਿ ਜੋ ਮੈਂ ਚਾਹੁੰਦਾ ਸੀ ਹੋ ਨਹੀਂ ਸਕਿਆ। ਕੋਈ ਐਸਾ ਬੰਦਾ ਲੱਭੇ ਜਿਸ ਕਰਕੇ ਮੇਰੇ ਮਨ ਦੀ ਮੁਰਾਦ ਹਾਸਲ ਹੋਵੇ। ਇਹ ਗੱਲਾਂ ਸੋਚ ਵਿਚਾਰ ਕਰਦਾ ਸੀ। ਦੂਜੇ ਪਾਸੇ ਦਿੱਲੀ ਦੇ ਬਾਦਸ਼ਾਹ ਦਾ ਦੀਵਾਨ ਚੰਦੂ, ਉਹਨੇ ਇੱਕ ਚਿੱਠੀ ਪੱਤਰਕਾ ਲਿਖ ਕਰਕੇ ਪਿਰਥੀ ਚੰਦ ਦੇ ਕੋਲ ਭੇਜੀ ਹੈ। ਸੋ ਇਹ ਸਾਰਾ ਇਤਿਹਾਸ ਭਾਈ ਸਾਹਿਬ ਜੀ ਨੇ ਇੱਥੇ ਉਹ ਵਰਣਨ ਕੀਤਾ ਹੈ। ਗੁਰੂ ਕੀਆਂ ਸਿੱਖ ਸੰਗਤਾਂ ਦੇ ਅੰਦਰ ਸਭ ਬਹੁਤ ਭਾਰੀ ਉਤਸ਼ਾਹ ਹੋਇਆ, ਖੁਸ਼ੀਆਂ ਹੋਈਆਂ। ਸੁਲੀ ਖਾਂ ਪਠਾਨ ਆਪਣੇ ਭੈੜੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸਤਿਗੁਰੂ ਪਾਤਸ਼ਾਹ ਦੇ ਘਰ ਦੀ ਦਿਨ ਬ ਦਿਨ ਚੜ੍ਹਦੀ ਕਲਾ ਹੋ ਰਹੀ ਹੈ। ਬੇਅੰਤ ਸਿੱਖ ਸੰਗਤਾਂ ਸਾਹਿਬਾਂ ਦੇ ਕੋਲੋਂ ਨਾਮਦਾਨ, ਗੁਰਸਿੱਖੀ, ਗੁਰਮਤਿ ਪ੍ਰਾਪਤ ਕਰਕੇ ਜੀਵਨ ਦੀ ਯਾਤਰਾ ਨੂੰ ਸਫਲਿਆ ਕਰ ਰਹੀਆਂ ਹਨ। ਅੱਗੇ ਜਿਵੇਂ ਭਾਈ ਸਾਹਿਬ ਜੀ ਇਹ ਸਾਰਾ ਇਤਿਹਾਸ ਸਾਨੂੰ ਸਰਵਣ ਕਰਵਾ ਰਹੇ ਹਨ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸੋ ਨਹਿ ਭਇਓ ਆਪ ਮਰ ਗਇਓ, ਭਾਵੀ ਆਏ ਅਚਾਨਕ ਹੈਓ। ਭਾਈ ਸਾਹਿਬ ਜੀ ਸੁਣਾ ਰਹੇ ਨੇ ਕਿ ਜੋ ਜਿਵੇਂ ਪਿਰਥੀ ਚੰਦ ਮਨ ਵਿੱਚ ਸੋਚਾਂ ਦੇ ਵਿਚਾਰਾਂ ਦੇ ਵਹਿਣ ਵਿੱਚ ਡੁੱਬਾ ਹੋਇਆ ਹੈ, ਇਸੇ ਤਰ੍ਹਾਂ ਹੀ ਦੁਸ਼ਟ ਸੁਭਾਅ ਵਾਲਾ ਚੰਦੂ ਵੀ ਇਹਨਾਂ ਸੋਚਾਂ ਵਿਚਾਰਾਂ ਦੇ ਵਹਿਣ ਵਿੱਚ ਗਲਤਾਨ ਹੈ ਕਿ ਮੇਰੀ ਧੀ ਦਾ ਰਿਸ਼ਤਾ ਨੇਪਰੇ ਨਹੀਂ ਚੜ੍ਹਿਆ, ਕਾਰਜ ਸਫਲ ਨਹੀਂ ਹੋਇਆ। ਸੋ ਇਹ ਦੋਵੇਂ ਜਾਣੇ ਹੀ ਕਈ ਤਰ੍ਹਾਂ ਦੀਆਂ ਸੋਚਾਂ ਵਿਚਾਰਾਂ ਕਰਦੇ ਹਨ। ਖਾਸ ਕਰਕੇ ਪਿਰਥੀ ਚੰਦ ਤਾਂ ਬਹੁਤਾ ਹੀ ਪਛਤਾ ਰਿਹਾ ਹੈ ਕਿ ਜੇਕਰ ਹੁਣ ਸੁਲੀ ਖਾਂ ਪਠਾਨ ਅੰਮ੍ਰਿਤਸਰ ਪਹੁੰਚ ਜਾਂਦਾ, ਮੇਰੇ ਭਰਾ ਨੂੰ ਜਾਂ ਤਾਂ ਕੈਦ ਕਰ ਲੈਂਦਾ ਜਾਂ ਫਿਰ ਖਤਮ ਕਰ ਦਿੰਦਾ, ਮਾਰ ਮੁਕਾ ਦਿੰਦਾ। ਸੋ ਨਹਿ ਭਇਓ, ਉਹ ਗੱਲ ਨਹੀਂ ਹੋਈ, ਉਹ ਕੰਮ ਪੂਰਾ ਨਹੀਂ ਹੋਇਆ। ਆਪ ਮਰ ਗਇਓ, ਆਪ ਹੀ ਮਰ ਮੁੱਕ ਗਿਆ ਹੈ। ਭਾਵੀ ਹੋਣਹਾਰ ਨੇ ਆ ਕੇ ਅਚਾਨਕ ਹੀ ਉਸ ਨੂੰ ਮਾਰ ਦਿੱਤਾ, ਨਾਸ਼ ਕਰ ਦਿੱਤਾ ਹੈ। ਹੋਤ ਚੰਦੂ ਦੁਖੀਆ ਪਛਤਾਵੈ, ਦੇਖੈ ਸੁਤਾ ਬਦਨ ਮੁਰਝਾਵੈ। ਦੂਜੇ ਪਾਸੇ ਚੰਦੂ ਬੜਾ ਦੁਖੀਆ, ਦੁੱਖ ਵਿੱਚ ਗਲਤਾਨ ਹੈ, ਦੁਖੀ ਹੈ, ਪਛਤਾਵਾ ਕਰਦਾ ਹੈ। ਜਦੋਂ ਦੇਖੇ ਸੁਤਾ ਧੀ ਵੱਲ ਵੇਖਦਾ ਹੈ, ਬਦਨ ਮੁਰਝਾਵੇ। ਚੰਦੂ ਦਾ ਚਿਹਰਾ ਜਿਹੜਾ ਉਦਾਸੀ ਵਿੱਚ ਚਲਿਆ ਜਾਂਦਾ ਹੈ। ਧੀ ਦਾ ਮੁੱਖ ਵੀ ਮੈਲਾ ਨਜ਼ਰ ਆਉਂਦਾ ਹੈ, ਉਦਾਸੀ ਵਿੱਚ ਨਜ਼ਰ ਆਉਂਦਾ ਹੈ। ਸੋ ਚੰਦੂ ਜਿਹੜਾ ਹੈ ਇਸ ਗੱਲ ਦਾ ਪਛਤਾਵਾ ਕਰਦਾ, ਗਮ ਕਰਦਾ, ਬਹੁਤ ਝੂਰਦਾ ਹੈ। ਇਤਨੇ ਮਹਿ ਸੁਧ ਕਿਸੇ ਸੁਨਾਈ, ਹਰ ਗੋਬਿੰਦ ਲੀਏ ਵਿਆਹ ਕੇ ਥਾਈ। ਇੰਨੇ ਸਮੇਂ ਤੱਕ ਚੰਦੂ ਨੂੰ ਕਿਸੇ ਨੇ ਖਬਰ ਸੁਣਾਈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਪੁੱਤਰ ਹਰਗੋਬਿੰਦ ਨੂੰ ਕਿਸੇ ਹੋਰ ਥਾਂ ਦੇ ਉੱਪਰ ਵਿਆਹ ਲਿਆ ਹੈ। ਉਹਨਾਂ ਨੇ ਤੇਰੀ ਲੜਕੀ ਦਾ ਰਿਸ਼ਤਾ ਛੱਡ ਕੇ ਤੇ ਆਪਣੇ ਪੁੱਤਰ ਦਾ ਵਿਆਹ ਕਿਤੇ ਪਾਸੇ ਕਰ ਦਿੱਤਾ ਹੈ। ਦਰਬ ਬ੍ਰਿੰਦ ਖਰਚਿਓ ਤੇ ਸਮੇਂ, ਚੌਂ ਦਿਸ਼ ਕੀ ਨਰ ਅਨਗਨ ਨਮੈ। ਵਿਆਹ ਦੇ ਉੱਪਰ ਉਹਨਾਂ ਨੇ ਬੜਾ ਭਾਰੀ ਦਰਬ ਹੁੰਦਾ ਪੈਸਾ ਧਨ ਖਰਚਿਆ ਹੈ, ਬੜੀ ਮਾਇਆ ਖਰਚ ਕੀਤੀ ਨੇ। ਤੇ ਚੌਹਾਂ ਦਿਸ਼ਾਵਾਂ ਤੋਂ ਅਣਗਿਣਤ ਨਰ ਲੋਕ ਵਿਆਹ ਦੇ ਸਮੇਂ ਇਕੱਠੇ ਹੋਏ ਹਨ। ਸੁਨਤ ਮਨੋ ਕਿਨ ਬਰਸ਼ੀ ਮਾਰੀ,
ਮੁਖ ਅਸ਼ਾਦ ਪਹੁੰਚਿਓ ਤਿਸ ਬਾਰੀ। ਜਦੋਂ ਇਹ ਗੱਲ ਸੁਣੀ ਕਿ ਚੌਂ ਦਿਸ ਕੇ ਨਰ ਅਣਗਨ ਨਮੈ ਹੁੰਦਾ ਨਿਵਣਾ ਝੁਕਣਾ ਨਮਸਕਾਰ ਕਰਨੀ। ਚੌਵਾਂ ਦਿਸ਼ਾਵਾਂ ਦੇ ਲੋਕ ਆ ਕੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਅੱਗੇ ਨਿਉਂਦੇ ਹਨ, ਨਮਸਕਾਰ ਕਰਦੇ, ਮੱਥਾ ਟੇਕਦੇ ਨੇ। ਭਾਈ ਸਾਹਿਬ ਕਹਿੰਦੇ ਹੋ ਸਮਝੋ ਕਿ ਸੁਣਦਿਆਂ ਸਾਰ ਜਦੋਂ ਉਹਨੇ ਗੱਲ ਸੁਣੀ ਕਿਸੇ ਨੇ ਸੀਨੇ 'ਚ ਬਰਛੀ ਮਾਰ ਦਿੱਤੀ ਹੋਵੇ, ਕਾਲਜਾ ਹੀ ਵਿੰਨ ਦਿੱਤਾ ਹੋਵੇ ਬਰਛੀ ਮਾਰ ਕੇ। ਇਹਨੇ ਆਪਣਾ ਮੁਖ ਜਿਹੜਾ ਮੂੰਹ ਸੀ ਨਾ ਛਾਦ ਕੱਪੜੇ ਨਾਲ ਢੱਕ ਲਿਆ ਤੇ ਪੌਡਿਓ ਤੇ ਸਵਾਰੀ ਲੰਮਾ ਪੈ ਗਿਆ। ਪੌਡੇ ਹੁੰਦਾ ਲੰਮੇ ਪੈ ਜਾਣਾ, ਸਰੀਰ ਇਹਦਾ ਨਿਢਾਲ ਜਿਹਾ ਹੋ ਗਿਆ, ਮੂੰਹ ਦੇ ਉੱਪਰ ਕੱਪੜਾ ਲੈ ਕੇ ਲੰਮੇ ਪੈ ਗਿਆ। ਚਿਤਵਤ ਤਨੀਆਂ ਰਹੀ ਕੁਮਾਰੀ, ਜਾਤ ਬਿਖੈ ਪਤ ਗਈ ਹਮਾਰੀ। ਮਨ ਵਿੱਚ ਸੋਚਦਾ ਹੈ ਕਿ ਮੇਰੀ ਲੜਕੀ ਹੁਣ ਕੁਆਰੀ ਰਹਿ ਗਈ ਹੈ ਤੇ ਮੇਰੀ ਜਾਤ ਪਾਤ, ਮੈਂ ਖੱਤਰੀ ਹਾਂ, ਖੱਤਰੀਆਂ ਦੇ ਵਿੱਚ ਪਤ ਗਈ ਹਮਾਰੀ, ਸਾਡੀ ਤਾਂ ਇੱਜ਼ਤ ਪਾਤੀ ਚਲੇ ਗਈ ਹੈ, ਮੇਰੀ ਤਾਂ ਇੱਜ਼ਤ ਪਤ ਮਾਨ ਸਨਮਾਨ ਸਾਰਾ ਮਿੱਟੀ ਹੋ ਗਿਆ ਹੈ। ਨਾਤਾ ਹਟਿਓ ਨ ਲੈ ਹੈ ਕੋਈ, ਮੁਸ਼ਕਲ ਆਨ ਮੋਹੀ ਕੋ ਹੋਈ। ਤੇ ਹੁਣ ਮੇਰੀ ਲੜਕੀ ਦਾ ਕਿਸੇ ਨੇ ਨਾਤਾ ਰਿਸ਼ਤਾ ਨਹੀਂ ਲੈਣਾ, ਕਿਉਂਕਿ ਉਹਦੀ ਪਹਿਲਾਂ ਜਿੱਥੇ ਮੰਗਣੀ ਹੋ ਰਹੀ ਸੀ ਉੱਥੋਂ ਰਿਸ਼ਤਾ ਜਵਾਬ ਹੋ ਗਿਆ, ਹਟ ਗਿਆ ਹੈ। ਇਸ ਵਾਸਤੇ ਹੁਣ ਮੇਰੇ ਵਾਸਤੇ ਬਹੁਤ ਮੁਸ਼ਕਲ ਬਣ ਗਈ, ਔਖਾ ਹੋ ਗਿਆ ਹੈ। ਰਿਸ਼ਤਾ ਅਜੇ ਹੋਇਆ ਨਹੀਂ ਸੀ, ਗੱਲਬਾਤ ਚੱਲ ਰਹੀ ਸੀ। ਸੋ ਇਹ ਗੱਲ ਐਵੇਂ ਵਾਧੂ ਜੀ ਪ੍ਰਤੀਤ ਹੁੰਦੀ ਹੈ ਕਿ ਚੰਦੂ ਇਹੋ ਜਿਹੀਆਂ ਗੱਲਾਂ ਸੋਚੇ ਕਿ ਹੁਣ ਰਿਸ਼ਤਾ ਕਿਸੇ ਲੈਣਾ ਨਹੀਂ। ਹਾਂ, ਇਹ ਗੱਲ ਜ਼ਰੂਰ ਹੈ ਕਿ ਸਨਾਤਨ ਮਤ ਵਿੱਚ ਵਿਧਵਾ ਵਿਆਹ ਦੀ ਜਿਹੜੀ ਹੈ ਉਹ ਪਰੰਪਰਾ ਨਹੀਂ ਸੀ। ਲੜਕੀ ਦਾ ਭਾਵੇਂ ਆਨੰਦ ਕਾਰਜ ਹੋਏ ਨੂੰ 2 ਦਿਨ ਕਿਉਂ ਨਾ ਹੋਏ ਹੋਣ, ਉਹਦਾ ਪਤੀ ਚੜ੍ਹਾਈ ਕਰ ਜਾਵੇ ਤੇ ਸਾਰੀ ਉਮਰ ਉਹਨੂੰ ਉਸੇ ਤਰ੍ਹਾਂ ਹੀ ਬਤੀਤ ਕਰਨੀ ਪੈਂਦੀ ਸੀ। ਇੱਕ ਸਮੇਂ ਹਿੰਦੂ ਧਰਮ ਦੇ ਵਿੱਚੋਂ ਇੱਕ ਵਿਅਕਤੀ ਨੇ ਯਤਨ ਕੀਤਾ ਸੀ ਵਿਧਵਾ ਵਿਆਹ ਕਰਨ ਦੇ, ਤੇ ਇੰਗਲੈਂਡ ਤੱਕ ਗੱਲ ਜਾ ਪਹੁੰਚੀ। ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਬੜਿਆਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਕਿ ਐਸਾ ਨਹੀਂ ਹੋਣਾ ਚਾਹੀਦਾ, ਵਿਧਵਾ ਵਿਆਹ ਨਹੀਂ ਹੋਣੇ ਚਾਹੀਦੇ। ਸੋ ਅੱਜ ਕਿਤੇ ਕਿਤੇ ਐਸਾ ਹੋ ਜਾਂਦਾ ਸਨਾਤਨ ਹਿੰਦੂ ਸਮਾਜ ਵਿੱਚ, ਨਹੀਂ ਤੇ ਉਹਨਾਂ ਦੇ ਧਰਮ ਦੀ ਇਹ ਪਰੰਪਰਾ ਹੈ ਕਿ ਬੱਚੀ ਜਦੋਂ ਵਿਧਵਾ ਹੋ ਜਾਏ ਤਾਂ ਉਦੋਂ ਉਹਦੀ ਸ਼ਾਦੀ ਨਹੀਂ ਸੀ ਕੀਤੀ ਜਾਂਦੀ। ਚੰਦੂ ਦੀ ਲੜਕੀ ਦਾ ਜੇ ਕੋਈ ਰਿਸ਼ਤਾ ਨੇਪਰੇ ਨਹੀਂ ਸੀ ਚੜਿਆ, ਕੋਈ ਹੋਇਆ ਨਹੀਂ ਸੀ, ਕੋਈ ਵਿਆਹ ਨਹੀਂ ਸੀ ਹੋਇਆ, ਤੇ ਇਹੋ ਜਿਹੀਆਂ ਗੱਲਾਂ ਸੋਚਣੀਆਂ ਉਹਦੀ ਮੂਰਖਤਾ ਦਾ ਹੀ ਕਾਰਨ ਹੋ ਸਕਦੀਆਂ ਨੇ, ਕਿਉਂਕਿ ਗੱਲਬਾਤ ਤਾਂ ਜੇ ਕੋਈ ਸਿਰੇ ਨਹੀਂ ਸੀ ਚੜੀ, ਨਾ ਕੋਈ ਰਿਸ਼ਤਾ ਹੋਇਆ ਸੀ, ਰਿਸ਼ਤਾ ਹੋਇਆ ਹੋਵੇ ਜਵਾਬ ਦਿੱਤਾ ਹੋਵੇ ਤਾਂ ਵੀ ਗੱਲ ਹੈ, ਤਾਂ ਵੀ ਕੋਈ ਗੱਲ ਇਹੋ ਜਿਹੀ ਕੋਈ ਗੱਲ ਨਹੀਂ ਸੀ। ਹਾਂ, ਲਾਗੀ ਲੋਕ ਆਏ ਸਨ ਤੇ ਉਹਨੇ ਪਹਿਲਾਂ ਹੀ ਗੁਰੂ ਘਰ ਨੂੰ ਬੁਰਾ ਆਖਿਆ, ਮੰਦਾ ਬੋਲਿਆ, ਨੀਵਾਂ ਵਿਖਾਇਆ, ਤੇ ਸਾਹਿਬਾਂ ਨੇ ਆਖਿਆ ਕਿ ਇਹੋ ਜਿਹੇ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਸੀ ਨਹੀਂ ਲੈਣਾ। ਰਿਸ਼ਤਾ ਹੋਏ ਤੋਂ ਜਵਾਬ ਨਹੀਂ ਸੀ ਦਿੱਤਾ, ਸਗੋਂ ਪਹਿਲਾਂ ਹੀ ਨਾ ਕਰ ਦਿੱਤੀ ਸੀ। ਤੇ ਇਹਦੇ ਵਿੱਚ ਇਹੋ ਜਿਹੀਆਂ ਗੱਲਾਂ ਸੋਚ ਵਿਚਾਰ ਕਰਨ ਦੀ ਤਾਂ ਲੋੜ ਹੀ ਕੋਈ ਨਹੀਂ ਗੀ ਕਿ ਹੁਣ ਕਿਸੇ ਨੇ ਰਿਸ਼ਤਾ ਨਹੀਂ ਲੈਣਾ, ਹੁਣ ਲੜਕੀ ਕੁਆਰੀ ਰਹੇਗੀ। ਇਹ ਤਾਂ ਫਿਰ ਮੂਰਖਤਾ ਆਖੀ ਜਾ ਸਕਦੀ ਹੈ ਦੁਸ਼ਟ ਚੰਦੂ ਦੀ, ਜਾਂ ਫਿਰ ਉਹਦੀ ਇਹ ਬਦਨੀਤੀ ਹੈ, ਕੁਟਲ ਚਾਲ ਹੈ। ਸੋ ਕਹਿੰਦਾ ਸੋਚਦਾ ਹੈ ਕਿ ਮੇਰੇ ਵਾਸਤੇ ਗੱਲ ਬੜੀ ਮੁਸ਼ਕਲ ਬਣ ਗਈ ਹੈ। ਤਨੀਆਂ ਦੁੱਖ ਦੇਖਣ ਤੇ ਆਛੋ, ਪ੍ਰਾਨ ਹਾਨ ਆਪਣੀ ਕੋ ਬਾਂਛੋ। ਤੇ ਤਨੀਆਂ ਧੀ ਦਾ ਦੁੱਖ ਵੇਖਣ ਨਾਲੋਂ ਚੰਗਾ ਕਿ ਆਪਣੇ ਪ੍ਰਾਣ ਹੀ ਨਾਸ਼ ਕਰ ਲਵਾਂ। ਬਾਂਛੋਂ ਦਾ ਅਰਥ ਹੁੰਦਾ ਚਾਹਵਾਂ। ਮੈਂ ਚਾਹੁੰਦਾ ਹਾਂ ਕਿ ਧੀ ਦਾ ਦੁੱਖ ਨਾ ਵੇਖਾਂ। ਧੀ ਕੁਆਰੀ ਬੈਠੀ, ਵਿਧਵਾ ਬੈਠੀ, ਬਾਪ ਵਾਸਤੇ ਦੁਖਦਾਈ ਹੈ। ਇਹ ਗੱਲ ਤਾਂ ਸਮਾਜ ਮੰਨਦਾ ਹੈ ਕਿ ਧੀ ਭੈਣ ਦਾ ਮਸਾਂ ਭਾਰ ਲਾਇਆ ਜਾਵੇ ਤੇ ਫਿਰ ਮਾਂ ਬਾਪ ਦੇ ਸਿਰ ਉੱਪਰ ਬਿਪਤਾ ਪੈ ਜਾਏ। ਇਹ ਹਰ ਸਮਾਜਿਕ ਬੰਦਾ, ਸਿਆਣਾ ਬੰਦਾ ਇਸ ਗੱਲ ਨੂੰ ਸਮਝਦਾ, ਮਹਿਸੂਸ ਕਰਦਾ ਹੈ। ਪਰ ਚੰਦੂ ਵਰਗੇ ਵਿਅਕਤੀ ਵਾਸਤੇ ਇਹੋ ਜਿਹੀ ਗੱਲ ਸੋਚਣੀ ਕਿ ਹੁਣ ਧੀ ਸਾਰੀ ਉਮਰ ਕੁਆਰੀ ਰਹਿਣੀ ਤੇ ਮੈਂ ਆਪਣੇ ਪ੍ਰਾਣ ਕਿਉਂ ਨਾ ਨਾਸ਼ ਕਰ ਲਵਾਂ, ਇਹ ਮੂਰਖਤਾ ਤੋਂ ਵੱਧ ਕੋਈ ਨਹੀਂ ਹੈ। ਇਹ ਬੇਸਮਝੀ ਹੈ। ਰਿਸ਼ਤੇ ਦੀ ਕੋਈ ਗੱਲਬਾਤ ਅਜੇ ਨਹੀਂ ਨੇਪਰੇ ਚੜੀ, ਕੋਈ ਮੰਗਣਾ ਨਹੀਂ ਹੋਇਆ, ਤੇ ਫਿਰ ਕਹਿ ਰਿਹਾ ਕਿ ਪ੍ਰਾਣ ਹਾਨ ਆਪਣੇ ਕੋ ਬਾਸ਼ੋਂ। ਮੈਂ ਤਾਂ ਚਾਹੁੰਦਾ ਹਾਂ ਕਿ ਮੈਂ ਆਪਣੇ ਪ੍ਰਾਣ ਨਾਸ਼ ਕਰ ਲਵਾਂ, ਕਿਉਂਕਿ ਤਣੀਆਂ ਦੁੱਖ ਦੇਖਣ ਤੇ ਆਸ਼ੋ,
ਆਪਣੀ ਤਣੀਆਂ ਧੀ ਦਾ ਦੁੱਖ ਵੇਖਣ ਨਾਲੋਂ ਇਹ ਚੰਗਾ ਹੈ ਕਿ ਬਾਪ ਮਰ ਜਾਵੇ। ਤਿਕ ਜੀਵਨ ਮੇਰੋ ਜਗ ਮਾਹੀ, ਜਿਸ ਤਨੀਆਂ ਪਤ ਪ੍ਰਾਪਤ ਨਾਹੀ। ਤੇ ਮੇਰਾ ਜੀਵਨ, ਮੇਰੇ ਜੀਵਨ ਨੂੰ ਧਿਕ ਹੁੰਦੀ ਲਾਹਨਤ, ਲਾਹਨਤ ਫਟਕਾਰ ਹੈ ਮੇਰੇ ਜੀਵਨ ਨੂੰ, ਜੀ ਮੇਰੇ ਜਿਉਣ ਨੂੰ। ਮੇਰਾ ਕਾਹਦਾ ਜਿਉਣਾ ਹੈ? ਜਗ ਮਾਹੀ ਸੰਸਾਰ ਦੇ ਵਿੱਚ ਮੇਰੇ ਜਿਉਣ ਨੂੰ ਲਾਹਨਤ ਹੈ। ਜਿਸ ਦੀ ਤਣੀਆਂ ਪਤ ਪ੍ਰਾਪਤ ਨਾਹੀ, ਜਿਸ ਦੀ ਧੀ ਨੂੰ ਪਤੀ ਪ੍ਰਾਪਤ ਨਹੀਂ ਹੋਇਆ, ਵਾਰੀ ਨਹੀਂ ਮਿਲਿਆ, ਤੇ ਉਸ ਬਾਪ ਦਾ ਜਿਉਣਾ ਸੰਸਾਰ ਵਿੱਚ ਕਾਹਦਾ ਹੈ? ਨਾਤਾ ਫੇਰਿਓ ਰਹਿਓ ਸੁਖਾਰੋ, ਸੋ ਮੁਝ ਤੇ ਨਹਿ ਗਇਓ ਸੰਘਾਰੋ। ਗੁਰੂ ਅਰਜਨ ਦੇਵ ਨੇ ਮੇਰੀ ਬੱਚੀ ਦਾ ਨਾਤਾ ਰਿਸ਼ਤਾ ਫੇਰ ਦਿੱਤਾ, ਮੋੜ ਦਿੱਤਾ ਹੈ, ਤੇ ਫਿਰ ਵੀ ਉਹ ਸੁਖਾਰੋ ਸੁਖੀ ਰਿਹਾ ਹੈ। ਉਹਨਾਂ ਨੂੰ ਆਂਚ ਤੱਕ ਨਹੀਂ ਆਈ, ਤੇ ਮੇਰੇ ਕੋਲੋਂ ਗੁਰੂ ਅਰਜਨ ਦੇਵ ਮਾਰਿਆ ਸੰਘਾਰਿਆ ਨਹੀਂ ਗਿਆ। ਮੈਨੂੰ ਤਾਂ ਚਾਹੀਦਾ ਸੀ ਕਿ ਮੈਂ ਉਹਨਾਂ ਦਾ ਖਾਤਮਾ ਘਾਣ ਬੱਚਾ ਘਾਣ ਕਰ ਦਿੰਦਾ, ਮਾਰ ਦਿੰਦਾ, ਪਰ ਅਜੇ ਤੱਕ ਉਹ ਮੇਰੇ ਕੋਲੋਂ ਮਾਰਿਆ ਖਤਮ ਨਹੀਂ ਕੀਤਾ ਗਿਆ। ਸ਼ਾਹ ਦੀਵਾਨ ਹੁਕਮ ਮਮ ਚੱਲੈ, ਲੋਕ ਹਜ਼ਾਰੋਂ ਮੋਹ ਕੋ ਮਿਲੈ। ਮੈਂ ਸ਼ਾਹ ਦਾ ਦੀਵਾਨ ਹਾਂ, ਲੋਕਾਂ ਵਿੱਚ ਮੇਰਾ ਹੁਕਮ ਚੱਲਦਾ, ਤੇ ਹਜ਼ਾਰਾਂ ਲੋਕ ਮੇਰੇ ਅੱਗੇ ਨਿਉਂਦੇ, ਮੈਨੂੰ ਨਮਸਕਾਰਾਂ ਸਲਾਮਾਂ ਕਰਦੇ ਹਨ। ਜਿਸ ਨੇ ਤਰਾਸ ਤਨਕ ਨਹੀਂ ਮਾਨਾ, ਮੈਂ ਨਾ ਤਿਦਾਰਕ ਤਿਸ ਸੋ ਠਾਨਾ। ਤੇ ਜਿਨ੍ਹਾਂ ਨੇ ਮੇਰਾ ਡਰ ਭਉ ਥੋੜਾ ਜਿੰਨਾ ਵੀ ਨਹੀਂ ਮਾਨਾ, ਨਹੀਂ ਮੰਨਿਆ, ਤੇ ਮੈਂ ਅਜੇ ਤੱਕ ਉਹਨਾਂ ਦਾ ਪ੍ਰਬੰਧ ਹੀ ਕੋਈ ਨਹੀਂ ਕਰ ਸਕਿਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਖਤਮ ਕਰਾਂ, ਕਿਤੇ ਬਿਲੇ ਲਾ ਦੇਵਾਂ, ਕੋਈ ਨੁਕਸਾਨ ਪਹੁੰਚਾ ਸਕਾਂ। ਤਿਦਾਰਕ ਅਰਬੀ ਦਾ ਸ਼ਬਦ ਹੈ, ਜਿਸ ਨੂੰ ਅਰਬੀ 'ਚ ਤਦਾਰਕ ਕਹਿੰਦੇ ਨੇ। ਭਾਈ ਸਾਹਿਬ ਨੇ ਤੱਤੇ ਨੂੰ ਸਿਹਾਰੀ ਲਾ ਕੇ ਲਿਖਿਆ ਤਿਦਾਰਕ। ਵੈਸੇ ਅਰਬੀ ਵਿੱਚ ਦਾ ਉਚਾਰਨ ਹੈ ਤਦਾਰਕ। ਤਦਾਰਕ ਦਾ ਅਰਥ ਹੁੰਦਾ ਪ੍ਰਬੰਧ ਕਰਨਾ, ਬੰਦੋਬਸਤ ਕਰਨਾ, ਯਤਨ ਕਰਨਾ, ਉਪਰਾਲਾ ਕਰਨਾ, ਉਪਾਅ ਕਰਨਾ, ਢੰਗ ਤਰੀਕਾ ਵਰਤਣਾ, ਜੁਗਤ ਕਰਨੀ। ਇਹ ਸਾਰੇ ਸਮਾਨ ਅਰਥ ਹਨ। ਧੀ ਮੇਰੀ ਦੁਖੀ, ਮੈਂ ਵੀ ਦੁਖੀ ਹਾਂ, ਤੇ ਮੈਂ ਅਜੇ ਤੱਕ ਗੁਰੂ ਅਰਜਨ ਦੇਵ ਦਾ ਕੋਈ ਪ੍ਰਬੰਧ ਨਹੀਂ ਕਰ ਸਕਿਆ ਹਾਂ। ਪ੍ਰਿਥਿਆ ਭਰਾਤ ਬਡੇਰੋ ਹੈ, ਕੋਠੇ ਗ੍ਰਾਮ ਸੁਨਿਓ ਸੋ ਰਹਿ। ਤੇ ਗੁਰੂ ਅਰਜਨ ਦੇਵ ਦਾ ਵੱਡਾ ਭਰਾਤਾ ਪਿਰਥੀਆ, ਪਿਰਥੀ ਚੰਦ ਹੈ, ਤੇ ਮੈਨੂੰ ਪਤਾ ਲੱਗਾ ਕਿ ਉਹ ਕੋਠੇ ਗ੍ਰਾਮ, ਕੋਠੇ ਨਗਰ ਦੇ ਵਿੱਚ ਸੁਣਿਆ ਕਿ ਉੱਥੇ ਰਹਿੰਦਾ ਹੈ। ਲਿਖਿਓ ਪਟਾ ਮੈਂ ਦੀਨੋ ਜਬੈ, ਤਿਸ ਕੋ ਤਰਾਸਦ ਲਿਖ ਹੋ ਅਬੈ। ਤੇ ਜਿਸ ਸਮੇਂ ਬਾਦਸ਼ਾਹ ਨੇ ਪਿਰਥੀ ਚੰਦ ਨੂੰ ਉਸ ਇਲਾਕੇ ਜ਼ਮੀਨ ਦਾ ਪਟਾ ਦੇਣ ਵਾਸਤੇ ਪੇਸ਼ਕਸ਼ ਕੀਤੀ ਸੀ, ਉਹ ਪਟਾ ਕਹਿੰਦਾ ਮੈਂ ਹੀ ਲਿਖਿਆ ਸੀ, ਹਿਸਾਬ ਕਿਤਾਬ ਸਾਰਾ ਮੇਰੇ ਹੱਥੀਂ ਹੋਇਆ ਸੀ। ਲਿਖਿਓ ਪਟਾ ਮੈਂ। ਪੁਰਾਣੇ ਸਮੇਂ ਵਿੱਚ ਜਿਵੇਂ ਅੱਜ ਕੱਲ੍ਹ ਜ਼ਮੀਨ ਗਹਿਣੇ ਲੈ ਲਈ ਜਾਵੇ ਤੇ ਹਿਸਾਬ ਉਹ ਕਾਗਜ਼ ਪੱਤਰਾਂ 'ਤੇ ਲਿਖਿਆ ਜਾਂਦਾ ਕਿ ਇੰਨੇ ਸਮੇਂ ਤੱਕ ਗਹਿਣੇ ਹੈ, ਇਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਪਟਾ ਕਰਾਉਂਦੇ ਹੁੰਦੇ ਸਨ ਕਿ 100 ਸਾਲ ਦਾ ਪਟਾ, 150 ਸਾਲ, 200 ਸਾਲ ਦਾ। ਅੱਜ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਹਨ ਜਿਹੜੀਆਂ ਪੰਜਾਬ ਦੀ ਧਰਤੀ 'ਤੇ ਆ ਕੇ 200 ਸਾਲ ਤੱਕ ਜ਼ਮੀਨ ਲੈ ਰਹੀਆਂ ਹਨ, ਉਹ ਪਟਾ ਕਰਵਾ ਰਹੀਆਂ ਨੇ। ਤੇ ਜਦੋਂ ਹੁਣ ਵਾਲੇ ਸਾਰੇ ਮਰ ਮੁੱਕ ਗਏ, ਫਿਰ ਕਿਹਨੇ ਵੇਖਣਾ ਕਿ ਪਟਾ ਸੀ ਕਿ ਇਹ ਜ਼ਮੀਨ ਬੈ ਦੀ ਸੀ, ਇਹ ਗਹਿਣੇ ਦੀ ਸੀ, ਇਹ ਠੇਕੇ ਦੀ ਸੀ, ਫਿਰ ਪੱਕਾ ਕਬਜ਼ਾ ਹੋ ਜਾਣਾ। ਸੋ ਪਟਾ ਉਹਦੀ ਬੁਨਿਆਦ ਹੋਇਆ ਕਰਦੀ ਸੀ। ਉਸ ਦੇ ਵਿੱਚ ਵੀ ਕਈ ਤਰੀਕੇ ਦੀਆਂ ਕਈ ਧਾਰਾਂ ਹੁੰਦੀਆਂ ਸਨ ਕਿ ਕਿੰਨੇ ਸਮੇਂ ਵਾਸਤੇ, ਕਿ ਜਾਂ ਇਹ ਪੱਕਾ ਹੀ ਪਟਾ ਹੈ। ਸੋ ਇਸ ਤਰ੍ਹਾਂ ਕਹਿਣ ਲੱਗਾ ਕਿ ਉਹ ਪਟਾ ਮੈਂ ਲਿਖਿਆ ਸੀ ਦੀਨੋ ਜਬੇ, ਜਦੋਂ ਬਾਦਸ਼ਾਹ ਜਹਾਂਗੀਰ ਨੇ ਉਹ ਪਟਾ ਉਸ ਇਲਾਕੇ ਦਾ ਗੁਰੂ ਅਰਜਨ ਦੇਵ ਦੇ ਵੱਡੇ ਭਰਾਤਾ ਪਿਰਥੀ ਚੰਦ ਨੂੰ ਦਿੱਤਾ ਸੀ। ਅਨੁਜ ਆਪਨੇ ਕੋ ਸਮਝਾਵੇ, ਨਾਹੀਂ ਤਾਂ ਕੋਠਾ ਗ੍ਰਾਮ ਛਿਨਾਵੇ। ਤਿਸ ਕੋ ਤਰਾਸਦ ਲਿਖ ਹੋ ਆਵੇ। ਮੈਂ ਹੁਣ ਉਹਨਾਂ ਨੂੰ ਤਰਾਸ ਹੁੰਦਾ ਡਰ, ਭੈ, ਡਰ ਦੇਣ ਵਾਸਤੇ ਉਹਨਾਂ ਨੂੰ ਇੱਕ ਚਿੱਠੀ, ਇੱਕ ਪੱਤਰਕਾ ਲਿਖਦਾ ਹਾਂ ਕਿ ਤੁਸੀਂ ਆਪਣੇ ਅਨਜ ਆਪਣੇ ਛੋਟੇ ਭਰਾ ਨੂੰ ਸਮਝਾਉਣਾ ਕਰੋ, ਨਹੀਂ ਤਾਂ ਫਿਰ ਜਿਹੜਾ ਕੋਠਾ ਨਗਰ ਤੁਹਾਨੂੰ ਇਹ ਗ੍ਰਾਮ ਦਿੱਤਾ ਤੁਸੀਂ ਖਵਾ ਬੈਠੋਗੇ। ਕਿਉਂਕਿ ਸਰਕਾਰੀ
ਤੌਰ 'ਤੇ ਤੁਹਾਨੂੰ ਮਿਲਿਆ ਹੈ ਤੇ ਮੈਂ ਸਰਕਾਰ ਦਾ ਕਰਿੰਦਾ ਹਾਂ, ਅਹਿਲਕਾਰ ਹਾਂ, ਤੇ ਜਿਹੜਾ ਤੁਹਾਨੂੰ ਪਟਾ ਮਿਲਿਆ ਤੁਸੀਂ ਇਹ ਖਵਾ ਬੈਠੋਗੇ, ਨਹੀਂ ਤਾਂ ਫਿਰ ਤੁਸੀਂ ਬੰਦੇ ਦੇ ਪੁੱਤ ਬਣ ਕੇ, ਸਮਝਦਾਰ ਹੋ ਕੇ, ਸਿਆਣੇ ਬਣ ਕੇ, ਤੇ ਜੋ ਮੈਂ ਕਹਿੰਦਾ ਹਾਂ ਉਹ ਕਰਨਾ ਕਰੋ। ਇਹ ਵੀ ਇੱਕ ਪ੍ਰਕਾਰ ਦੀ ਧਮਕੀ ਸੀ। ਬਾਬਾ ਪਿਰਥੀ ਚੰਦ ਗੁਰੂ ਕੀ ਅੰਸ਼ ਬੰਸ ਗੁਰੂ ਰਾਮਦਾਸ ਪਾਤਸ਼ਾਹ ਦਾ ਪੁੱਤਰ ਹੈ, ਗੁਰੂ ਅਰਜਨ ਦੇ ਪਾਤਸ਼ਾਹ ਦਾ ਵੱਡਾ ਭਰਾਤਾ, ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਾਇਆ, ਗੁਰੂ ਅਮਰਦਾਸ ਪਾਤਸ਼ਾਹ ਦਾ ਦੋਤਰਾ ਹੈ। ਉਸ ਨੂੰ ਹੁਣ ਧਮਕੀ ਦਿੱਤੀ ਆਪਣੇ ਵੱਲ ਕਰਨ ਵਾਸਤੇ, ਤੇ ਉਹ ਤਾਂ ਅੱਗੇ ਹੀ ਤਿਆਰ ਸੀ। ਇਹੋ ਜਿਹੇ ਬੰਦੇ ਤਾਂ ਅੱਗੇ ਹੀ ਚਾਹੁੰਦੇ ਹੁੰਦੇ ਕਿ ਸਾਨੂੰ ਕਿਸੇ ਪਾਸਿਓਂ ਭੋਰਾ ਡਿੱਗੇ, ਸਾਡੀ ਕੋਈ ਮਦਦ ਹੋਵੇ। ਸੋ ਭਾਈ ਸਾਹਿਬ ਇੱਥੇ ਦੱਸ ਰਹੇ ਨੇ ਕਿ ਉਹਨੇ ਕਾਗਜ਼ ਇੱਕ ਚਿੱਠੀ ਪੱਤਰਕਾ ਲਿਖਣੀ ਚਾਹੀ, ਜਿਹਦੇ ਵਿੱਚ ਕੋਈ ਇਹੋ ਜਿਹੇ ਬੋਲ ਲਿਖੇ ਕਿ ਜਿਨ੍ਹਾਂ ਨੂੰ ਸੁਣ ਕੇ ਪਿਰਥੀ ਚੰਦ ਕੰਬ ਜਾਵੇ। ਪਹਿਲੀ ਗੱਲ ਇਹ ਲਿਖੇ ਕਿ ਆਪਣੇ ਭਰਾ ਨੂੰ ਸਮਝਾ ਲਵੇ, ਤੇ ਜੇਕਰ ਆਪਣੇ ਭਰਾ ਨੂੰ ਗੁਰੂ ਅਰਜਨ ਦੇਵ ਨੂੰ ਨਾ ਸਮਝਾ ਸਕਿਆ ਤੇ ਫਿਰ ਤਿਆਰ ਰਵੇ ਕਿ ਉਹਦੇ ਕੋਲੋਂ ਜਿਹੜਾ ਕੋਠਾ ਨਗਰ, ਜਿਹੜਾ ਪਟਾ ਲਿਖ ਕੇ ਦਿੱਤਾ ਸਰਕਾਰ ਨੇ, ਉਹ ਖਵਾ ਬੈਠੇਗਾ। ਉਹ ਤੋਂ ਜ਼ਮੀਨ, ਉਹ ਇਲਾਕਾ ਸਾਰਾ ਖੋਹ ਲਿਆ ਜਾਵੇਗਾ। ਦੇਉ ਬਿਗਾਰ ਕਾਰ ਮੈਂ ਸਾਰੋ, ਸਹਿਤ ਕੁਟੰਬ ਗਾਹੋਂ ਦੁਖ ਭਾਰੋ। ਕੀ ਲਿਖਿਆ ਚਿੱਠੀ ਵਿੱਚ? ਕਹਿੰਦਾ ਤੇਰਾ ਸਾਰਾ ਕਾਰੋਬਾਰ ਵਿਗਾੜ ਕਰਕੇ ਮੈਂ ਰੱਖ ਦੇਵਾਂਗਾ, ਖਤਮ ਕਰ ਦੇਵਾਂਗਾ, ਤੈਨੂੰ ਸਮੇਤ ਪਰਿਵਾਰ ਦੇ ਨਾਂ ਗਾਹੋਂ ਫੜ ਕਰਕੇ ਦੁੱਖ ਭਾਰੋ, ਭਾਰਾ ਦੁੱਖ ਦੇਣਾ ਕਰਾਂਗਾ। ਇਹ ਚਿੱਠੀ ਪੱਤਰਕਾ ਦੇ ਵਿੱਚ ਦੁਸ਼ਟ ਚੰਦੂ ਵੱਲੋਂ ਪਿਰਥੀ ਚੰਦ ਨੂੰ ਲਿਖਿਆ ਜਾ ਰਿਹਾ ਹੈ। ਨਿਰਭੈ ਕੀਨ ਅਨਾਦਰ ਮੋਰਾ, ਕਹਿ ਕਠੋਰ ਵਿਪਰ ਕੋ ਮੋਰਾ। ਤੁਹਾਡੇ ਭਰਾ ਨੇ ਬੜਾ ਨਿਰਭੈ ਪੁਣਾ, ਨਿਡਰ ਪੁਣਾ ਕਰਕੇ ਮੇਰਾ ਅਨਾਦਰ, ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬੇਪਤੀ ਕੀਤੀ ਨੇ, ਤੇ ਕਹਿ ਕਰਕੇ ਕਠੋਰ ਬਚਨ ਜਿਹੜਾ ਮੈਂ ਲਾਗੀ ਭੇਜਿਆ ਸੀ, ਉਹ ਲਾਗੀ ਉਹਨਾਂ ਮੇਰਾ ਮੋੜ ਦਿੱਤਾ ਹੈ। ਲਿਖੀ ਪੱਤਰਕਾ ਆਪਨੋ ਜੋਰਾ, ਅਬ ਲਗ ਕਹੋ ਹਾਥ ਮੈਂ ਜੋਰਾ। ਤੇ ਉਹਨੇ ਪੱਤਰਕਾ ਚਿੱਠੀ ਲਿਖੀ ਹੈ, ਤੇ ਲਿਖਿਆ ਪੱਤਰਕਾ ਵਿੱਚ, ਲਿਖੀ ਪੱਤਰਕਾ ਆਪਣੋ ਜੋਰਾ, ਆਪਣਾ ਜ਼ੋਰ ਦਿੱਤਾ, ਬਲ ਵਿਖਾਇਆ ਪੱਤਰਕਾ ਦੇ ਵਿੱਚ। ਅਬ ਲਗ ਕਹੋ ਹਾਥ ਮੈਂ ਜੋਰਾ, ਲਿਖਿਆ ਕਿ ਅਜੇ ਤੱਕ ਤਾਂ ਮੈਂ ਹੱਥ ਜੋੜ ਕੇ ਕਹਿ ਰਿਹਾ ਹਾਂ, ਉਲਟਾ ਨਾਲ ਧਮਕੀਆਂ ਵੀ ਲਿਖ ਰਿਹਾ ਹੈ, ਬੁਰਾ ਭਲਾ ਵੀ ਬੋਲ ਰਿਹਾ ਹੈ, ਪਰ ਨਾਲ ਨਾਲ ਕਹਿ ਰਿਹਾ ਕਿ ਮੈਂ ਅਜੇ ਤੱਕ ਤਾਂ ਤੁਹਾਡੇ ਅੱਗੇ ਹੱਥ ਜੋੜ ਕੇ ਹੀ ਬੇਨਤੀਆਂ ਕਰਦਾ ਹਾਂ। ਨਾਤਾ ਮੋਰ ਸੁਤਾ ਨਹਿ ਮੋਰ, ਜਾਤੀ ਕਹੋ ਨਿਹੋਰ ਨਿਹੋਰ। ਤੇ ਤੂੰ ਆਪਣੇ ਭਰਾ ਨੂੰ ਇਹ ਕਹਿ ਜਾ ਕੇ ਕਿ ਮੇਰੀ ਲੜਕੀ ਦਾ ਰਿਸ਼ਤਾ, ਨਾਤਾ ਜਿਹੜਾ ਉਹ ਨਾ ਮੋੜਨਾ ਕਰੇ, ਨਾ ਮੋੜੋ, ਉਹ ਰਿਸ਼ਤਾ ਤੁਸੀਂ ਪ੍ਰਵਾਨ ਕਰ ਲਓ। ਜਾਂ ਤੇ ਕਹੋ ਨਿਹੋਰ ਨਿਹੋਰ, ਜਾਂ ਤੇ ਇਸ ਵਾਸਤੇ ਮੈਂ ਤੁਹਾਨੂੰ ਵਾਰ-ਵਾਰ ਨਿਹੋਰ ਹੁੰਦਾ ਹੈ ਬੇਨਤੀ। ਅਗਲੇ ਨਿਹੋਰ ਦਾ ਅਰਥ ਹੈ ਕਰਕੇ ਵੇਖ ਕੇ, ਇਸ ਵਾਸਤੇ ਮੈਂ ਤੁਹਾਨੂੰ ਵੇਖ ਕੇ ਇਹ ਬੇਨਤੀ ਕਰਦਾ ਹਾਂ। ਅਬ ਲਗ ਮੈਂ ਕੁਛ ਨਹਿ ਨਾ ਬਿਗਾਰਾ, ਹੋਵੇ ਗੋਸਨ ਬੰਦ ਵਿਚਾਰਾ। ਹੁਣ ਤੱਕ ਤਾਂ ਮੈਂ ਤੁਹਾਡਾ ਕੁਛ ਨਹੀਂ ਵਿਗਾੜਿਆ, ਤੇ ਬਸ ਇਹੀ ਸੋਚਦਾ ਰਿਹਾ ਕਿ ਮੇਰੀ ਧੀ ਦਾ ਰਿਸ਼ਤਾ ਸੰਬੰਧ ਉੱਥੇ ਜ਼ਰੂਰ ਹੋ ਜਾਵੇਗਾ। ਇਤਿਆਦਿਕ ਲਿਖ ਕਰ ਪਠ ਪਾਤੀ, ਨਿਸ ਦਿਨ ਦੁਖ ਤੇ ਸੁਲਗਤ ਛਾਤੀ। ਇਸ ਤਰ੍ਹਾਂ ਇਹ ਚਿੱਠੀ ਦੇ ਵਿੱਚ ਲਿਖਿਆ ਗਿਆ, ਧਮਕੀਆਂ ਦਿੰਦਿਆਂ ਹੋਇਆਂ ਪਿਰਥੀ ਚੰਦ ਵੱਲ ਚਿੱਠੀ ਪਾਈ ਗਈ ਦੁਸ਼ਟ ਚੰਦੂ ਦੇ ਵੱਲੋਂ। ਤੇ ਜਿਸ ਨੇ ਚਿੱਠੀ ਭੇਜੀ ਹੈ, ਭਾਈ ਸਾਹਿਬ ਕਹਿੰਦੇ ਇਤਿਆਦਿਕ ਲਿਖ ਕਰ ਪਠ ਪਾਤੀ, ਜਿਹੜੀ ਪਾਤੀ ਚਿੱਠੀ ਸੀ ਨਾ, ਉਹ ਦਿੱਲੀ ਤੋਂ ਲਿਖ ਕੇ ਕੋਠੇ ਨਗਰ ਵਾਲੇ ਪਾਸੇ ਭੇਜ ਦਿੱਤੀ। ਨਿਸ ਦਿਨ ਦੁੱਖ ਤੇ ਸੁਲਗਤ ਛਾਤੀ। ਇੱਧਰ ਪਿਰਥੀ ਚੰਦ ਵੀ ਸੁੱਖ ਦੀ ਨੀਂਦ ਨਹੀਂ ਸੌ ਰਿਹਾ, ਤੇ ਉੱਧਰ ਦੁਸ਼ਟ ਸੁਭਾਅ ਵਾਲਾ ਚੰਦੂ ਵੀ ਨਿਸ ਦਿਨ ਰਾਤ ਦਿਨ ਦੁੱਖ ਦੇ ਵਿੱਚ, ਈਰਖਾ ਤੇ ਨਫ਼ਰ ਵਿੱਚ ਇਹਦੀ ਛਾਤੀ, ਹਿਰਦਾ, ਸੀਨਾ ਸੁਲਗਦਾ, ਜਿਵੇਂ ਗਿੱਲੀ ਮਿਲੀ ਸੁਲਗਦੀ ਨਾ, ਗਿੱਲੇ ਗੋਹਿਆਂ ਦੀ ਮਿਲੀ ਜਿਹੜੀ ਹੈ ਜਿਵੇਂ ਉਹ ਧੁਖਦੀ ਹੈ, ਇਸੇ ਤਰ੍ਹਾਂ ਇਹਦੀ ਛਾਤੀ, ਇਹਦਾ ਸੀਨਾ, ਹਿਰਦਾ ਰਾਤ ਦਿਨ ਧੁਖਦਾ ਰਹਿੰਦਾ ਹੈ,
ਬਹੁਤ ਜ਼ਿਆਦਾ ਦੁਖੀ ਹੈ। ਚੱਲ ਦਿੱਲੀ ਤੇ ਤਬ ਹਲਕਾਰਾ, ਆਇਓ ਕੋਠੇ ਗ੍ਰਾਮ ਮਝਾਰਾ। ਉਹ ਚਿੱਠੀ ਉਹ ਪੱਤਰਕਾ ਲੈ ਕਰਕੇ ਹਲਕਾਰਾ ਜਿਹੜਾ ਦੂਤ ਸੀ ਡਾਕੀਆ ਚਿੱਠੀ ਲੈ ਕੇ ਆ ਪਹੁੰਚਾ ਕੋਠੇ ਗ੍ਰਾਮ ਮਝਾਰਾ, ਕੋਠੇ ਨਗਰ ਵਿੱਚ। ਕੋਠਾ ਨਗਰ ਮਾਲਵੇ ਦੇ ਵਿੱਚ ਹੈ। ਉਸ ਕੋਠੇ ਨਗਰ ਦੇ ਵਿੱਚ ਆ ਕੇ ਉਹ ਹਲਕਾਰਾ ਚਿੱਠੀ ਲਿਆਉਣ ਵਾਲਾ ਪਹੁੰਚ ਗਿਆ। ਪ੍ਰਿਥੀਆ ਬੈਠਿਓ ਜਾਏ ਨਿਹਾਰਿਓ, ਉਤੋ ਪੱਤਰ ਤਿਸ ਆਗੇ ਡਾਰਿਓ। ਪਿਰਥੀ ਚੰਦ ਬੈਠਾ ਸੀ ਆਪਣੇ ਟਿਕਾਣੇ ਤੇ ਉਹ ਹਲਕਾਰੇ ਚਿੱਠੀ ਲਿਆਉਣ ਵਾਲੇ ਜਾ ਕੇ ਵੇਖਿਆ ਤੇ ਪਿਰਥੀ ਚੰਦ ਦੇ ਅੱਗੇ ਲਿਆ ਕਰਕੇ ਉਹ ਜਿਹੜਾ ਪੱਤਰ ਸੀ ਨਾ ਡਾਰਿਓ, ਉਹਦਾ ਅਰਥ ਤਾਂ ਹੁੰਦਾ ਸੁੱਟ ਦੇਣਾ। ਚਿੱਠੀ ਲਿਆ ਕੇ ਅੱਗੇ ਸਾਹਮਣੇ ਸੁੱਟ ਦਿੱਤੀ, ਭਾਵ ਅਰਥ ਹੈ ਰੱਖ ਦਿੱਤੀ, ਟਿਕਾ ਦਿੱਤੀ। ਜਿੱਥੇ ਪਿਰਥੀ ਚੰਦ ਬੈਠਾ ਸੀ ਜਾਏ ਨਿਹਾਰਿਓ, ਜਾ ਕੇ ਨਿਹਾਰਿਓ ਨੂੰ ਵੇਖਿਆ। ਹੁਤੋ ਪੱਤਰ ਜਿਹੜਾ ਕੋਲ ਪੱਤਰ ਚਿੱਠੀ ਹੁਤੋ ਸੀ ਤੇ ਸਿਆਗੇ ਡਾਰਿਓ, ਉਹਦੇ ਅੱਗੇ ਸੁੱਟ ਦਿੱਤੀ, ਅੱਗੇ ਰੱਖ ਦਿੱਤੀ। ਪਠ ਕੈ ਹਰਖ ਕਸ਼ਟ ਜੁਗ ਧਾਰੀ, ਪੁਨੈ ਬਾਕ ਭਾਖੇ ਹਲਕਾਰੀ। ਜਦੋਂ ਹੀ ਪਿਰਥੀ ਚੰਦ ਨੇ ਉਹ ਚਿੱਠੀ ਪੜ੍ਹੀ ਨਾ, ਭਾਈ ਸਾਹਿਬ ਕਹਿੰਦੇ ਉਹ ਚਿੱਠੀ ਵਿੱਚ ਦੁੱਖ ਵੀ ਤੇ ਸੁੱਖ ਵੀ ਸੀ, ਦੋਵੇਂ ਗੱਲਾਂ ਹੀ ਸੀ। ਚਿੱਠੀ ਨੂੰ ਪੜ੍ਹ ਕਰਕੇ ਪਿਰਥੀ ਚੰਦ ਪਹਿਲਾਂ ਖੁਸ਼ ਵੀ ਹੋਇਆ ਕਿ ਚਲੋ ਕਿਸੇ ਨੇ ਮੇਰੇ ਨਾਲ ਮਿੱਤਰਤਾ ਕਾਇਮ ਕਰਨ ਦਾ ਯਤਨ ਕੀਤਾ, ਕਿਸੇ ਨਾ ਕਿਸੇ ਦਾ ਯਾਦ ਕੀਤਾ ਹੀ ਹੈ ਨਾ, ਚਿੱਠੀ ਘੱਲੀ ਹੈ, ਚਿੱਠੀ ਆਈ ਦਿੱਲੀ ਤੋਂ। ਪਹਿਲਾਂ ਤਾਂ ਇਸ ਗੱਲ ਦੀ ਖੁਸ਼ੀ ਹੋਈ, ਪਰ ਜਦੋਂ ਚਿੱਠੀ ਵਿੱਚ ਅੱਗੇ ਜਾ ਕੇ ਲਿਖਿਆ ਸੀ ਕਿ ਮੈਂ ਤੇਰੇ ਕੋਲੋਂ ਆ ਸਾਰਾ ਨਗਰ ਪਿੰਡ ਖੋਹ ਲਵਾਂਗਾ, ਨਹੀਂ ਤਾਂ ਬੰਦਾ ਬਣ ਕੇ ਸਿੱਧਾ ਹੋ ਕਰਕੇ ਤੂੰ ਮੇਰੇ ਵੱਲ ਤੁਰ ਪਓ ਤੇ ਆਪਣੇ ਭਰਾ ਨੂੰ ਜਾ ਕੇ ਕਹਿ ਕਿ ਉਹ ਮੇਰੀ ਲੜਕੀ ਦਾ ਰਿਸ਼ਤਾ ਲੈ ਲੈ। ਹੁਣ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਕਿ ਚੰਦੂ ਨੂੰ ਪਤਾ ਨਾ ਹੋਵੇ ਕਿ ਪਿਰਥੀ ਚੰਦ ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਵੈਰ ਕਰਦਾ। ਅਸਲ ਵਿੱਚ ਉਹਨੇ ਪਿਰਥੀ ਚੰਦ ਦੇ ਕੋਲੋਂ ਕੰਮ ਲੈਣ ਵਾਸਤੇ, ਆਪਣੇ ਵੱਲ ਕਰਨ ਵਾਸਤੇ ਸਾਰਾ ਅਡੰਬਰ ਰਚਿਆ ਹੈ। ਸੋ ਜਦੋਂ ਚਿੱਠੀ ਪੜ੍ਹੀ, ਪਠ ਕੈ ਹਰਖ ਕਸ਼ਟ ਜੁਗ ਧਾਰੇ। ਜੁਗ ਹੁੰਦਾ ਦੋਵੇਂ, ਹਰਖ ਤੇ ਕਸ਼ਟ ਹੁੰਦਾ ਸੁੱਖ ਤੇ ਦੁੱਖ, ਖੁਸ਼ੀ ਤੇ ਗਮੀ ਦੋਵੇਂ ਹੀ ਧਾਰਨ ਕੀਤੇ। ਖੁਸ਼ੀ ਵੀ ਆਈ ਚਿੱਠੀ ਪੜ੍ਹ ਕੇ ਤੇ ਕਸ਼ਟ ਵੀ ਬੜਾ ਹੋਇਆ, ਮਨ ਨੂੰ ਸੱਟ ਵੀ ਬੜੀ ਵੱਜੀ। ਫਿਰ ਜਿਹੜਾ ਉਹ ਹਲਕਾਰਾ ਚਿੱਠੀ ਲੈ ਕੇ ਆਇਆ ਸੀ, ਪੁੰਨ ਭਾਖੇ ਬਾਕ, ਉਸ ਹਲਕਾਰੇ ਤਾਈਂ ਵਾਕ ਭਾਖੇ ਬੋਲ ਕਹੇ ਬੁੱਲ ਕੇ ਉਹਦੇ ਤਾਈਂ ਆਖਣ ਲੱਗਾ, ਕਹਿਣ ਲੱਗਾ, ਤੁਮ ਕਿਮ ਬੈਠ ਰਹਿ ਸੁਖ ਮਾਨੇ, ਸ਼ਾਹ ਦੀਵਾਨ ਬੈਰ ਕੋ ਠਾਨੇ। ਤੇ ਪੁੰਨ ਭਾਖੇ ਜਦੋਂ ਚਿੱਠੀ ਲਿਆਉਣ ਵਾਲੇ ਨੂੰ ਆਖਿਆ ਕਿ ਚਿੱਠੀ ਤੂੰ ਲੈ ਕੇ ਆਇਆ, ਉਹਨੇ ਅੱਗੋਂ ਫਿਰ ਜਵਾਬ ਦਿੱਤਾ। ਪੁੰਨ ਭਾਖੇ ਹਲਕਾਰੇ ਬਾਕ, ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹਨੇ ਨਾਲ ਹੋਰ ਤਰਦੀਹ ਕੀਤੀ। ਕਹਿਣ ਲੱਗਾ, ਪਿਰਥੀ ਚੰਦ ਜੀ ਤੁਮ ਕਿਵੇਂ ਬੈਠੇ ਰਹੇ ਸੁਖ ਮਾਨੇ, ਤੁਸੀਂ ਕਿਵੇਂ ਸੁਖ ਮੰਨ ਕੇ ਬੈਠ ਰਹੇ ਹੋ? ਬਾਦਸ਼ਾਹ ਜਹਾਂਗੀਰ ਦੇ ਦੀਵਾਨ ਦੇ ਨਾਲ ਬੈਰ ਕੋ ਠਾਨੇ, ਤੁਸੀਂ ਵੈਰ ਪਾ ਲਿਆ ਹੈ। ਨਹਿ ਆਪਨੋ ਤੁਮ ਜੀਵਨ ਚਾਹਾ, ਜਿਸ ਕੋ ਹੁਕਮ ਦੇਸ਼ ਕੀ ਮਾਹ। ਤੇ ਉਸ ਹਲਕਾਰੇ ਨੇ ਦਬਾਅ ਪਾਉਂਦਿਆਂ ਆਖਿਆ ਕਿ ਤੁਸੀਂ ਆਪਣਾ ਜਿਉਣਾ ਨਹੀਂ ਚਾਹਿਆ, ਕਿ ਤੁਹਾਨੂੰ ਜ਼ਿੰਦਗੀ ਨਹੀਂ ਚਾਹੀਦੀ, ਤੇ ਤੁਸੀਂ ਜਿਸ ਬਾਦਸ਼ਾਹ ਦੇ ਦੀਵਾਨ ਦਾ ਸਾਰੇ ਦੇਸ਼ 'ਚ ਹੁਕਮ ਚੱਲਦਾ ਹੈ ਉਹਦੀ ਤੁਸਾਂ ਪਰਵਾਹ ਹੀ ਕੋਈ ਨਹੀਂ ਕੀਤੀ। ਸੁਪਤੋ ਕਿਮ ਨਿਚਿੰਤ ਹਠ ਕਰਕੇ, ਝੋਰੀ ਮਹਿ ਬਿਖ ਧਰ ਕੋ ਧਰ ਕੇ। ਤੇ ਤੁਹਾਡੀ ਤਾਂ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਬੰਦਾ ਕੋਈ ਆਪਣੀ ਝੋਲੀ ਦੇ ਵਿੱਚ ਬਿਖ ਧਾਰ ਹੁੰਦਾ, ਜ਼ਹਿਰ ਧਾਰਨ ਵਾਲਾ ਸੱਪ, ਆਪਣੀ ਝੋਲੀ ਵਿੱਚ ਸੱਪ ਨੂੰ ਰੱਖ ਕਰਕੇ ਤੇ ਗੂੜੀ ਨੀਂਦ ਸੁੱਤਾ ਹੋਵੇ। ਹੁਣ ਸੱਪ ਕਿਹੜਾ ਕਿਸੇ ਦਾ ਮਿੱਤਰ ਬਣਦਾ ਹੈ? ਦੁਨੀਆ ਦੇ ਵਿੱਚ ਜਿੰਨੇ ਪਸ਼ੂ ਪੰਛੀ ਨੇ ਸਾਰੇ ਪਾਲਤੂ ਹੋ ਸਕਦੇ, ਕੇਵਲ ਤੇ ਕੇਵਲ ਇੱਕੋ ਹੀ ਜਾਨਵਰ ਹੈ ਸੱਪ, ਜਿਹੜਾ ਕਦੀ ਪਾਲਤੂ ਨਹੀਂ ਹੋ ਸਕਦਾ। ਪਾਲਣ ਵਾਲੇ ਨੂੰ ਹੀ ਸੱਪੇ ਦੁੱਧ ਪਿਆਈਐ, ਅੰਦਰ ਵੇਸਨ ਕੋਰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸੱਪ ਦਾ ਸੁਭਾਅ ਵਾਰਾਂ ਵਿੱਚ ਵਰਣਨ ਕੀਤਾ ਹੈ ਕਿ ਜਦੋਂ ਸੱਪ ਨੂੰ ਦੁੱਧ ਪਿਆਈਏ, ਸੱਪ ਦੁੱਧ ਪੀਣ ਵਾਲੇ ਨੂੰ ਵੀ ਪੁਕਾਰਾ ਮਾਰਦਾ, ਡੰਗ ਮਾਰਨ ਦਾ ਯਤਨ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਪ ਦਾ ਸੁਭਾਅ ਜਦੋਂ ਦੱਸਿਆ ਹੈ
ਕਿ ਭਾਵੇਂ ਕੋਈ ਜਿੰਨਾ ਮਰਜ਼ੀ ਸੱਪ ਨਾਲ ਲਾਡ ਪਿਆਰ ਕਰੇ, ਦੁੱਧ ਪਿਆਵੇ, ਤੇ ਸੱਪ ਡੰਗ ਮਾਰਨ ਤੋਂ ਭੌਂਦਾ ਨਹੀਂ ਹੈ। ਸੱਪ ਕਦੀ ਪਾਲਤੂ ਨਹੀਂ ਹੁੰਦਾ। ਹਾਂ, ਜੋਗੀ ਭਾਵੇਂ ਲੱਖ ਦਾਵਾ ਕਰਨ, ਪੁੱਤ ਪੁੱਤ ਕਹਿਣ, ਜੋ ਮਰਜ਼ੀ ਕਹਿਣ, ਸੱਪ ਰੱਖਣ ਵਾਲੇ ਕਈ ਵਾਰੇ ਸੱਪ ਦੇ ਡੰਗਣ ਨਾਲ ਹੀ ਮਰਦੇ ਨੇ। ਇੱਥੇ ਹੀ ਉਹ ਇਸ ਸ਼ਹਿਰ ਵਿੱਚ ਹੀ ਵਿਅਕਤੀ ਰਹਿੰਦਾ ਸੀ, ਬੜਾ ਸੱਪਾਂ ਦਾ ਮਾਹਿਰ ਸੀ, ਪਿੱਛੋਂ ਮਲੋਟ ਇਲਾਕੇ ਦਾ ਸੀ। ਕੁਝ ਸਮਾਂ ਪਹਿਲਾਂ ਉਹਦੀ ਮੌਤ ਹੋ ਗਈ ਸੱਪ ਲੜਨ ਕਰਕੇ। ਦੂਰ ਦੂਰ ਜਾ ਕੇ ਸੱਪ ਫੜਦਾ ਸੀ। ਸੋ ਜਿਹੜਾ ਹੁਣ ਜ਼ਹਿਰ ਨੂੰ ਹੱਥ ਪਾਵੇ, ਸੱਪ ਨੂੰ ਹੱਥ ਪਾਵੇਗਾ, ਤੇ ਸੱਪ ਨੇ ਕਿਹੜਾ ਅੱਗੋਂ ਲਿਹਾਜ਼ ਕਰਨਾ। ਭਾਈ ਸਾਹਿਬ ਨੇ ਉਹ ਪ੍ਰਮਾਣ ਦਿੱਤਾ ਹੈ, ਸੁਪਤੋ ਕਿਮ ਨਿਚਿੰਤ ਹੱਠ ਕਰਕੇ। ਪਿਰਥੀ ਚੰਦ ਜੀ, ਤੁਸੀਂ ਨਿਚਿੰਤ ਬੇਪਰਵਾਹ ਬੇਫਿਕਰ ਹੋ ਕੇ ਹੱਠ ਕਰਕੇ ਕਿਉਂ ਸੌਂ ਰਹੇ ਹੋ? ਤੁਹਾਡੀ ਤਾਂ ਹਾਲਤ ਇਸ ਤਰ੍ਹਾਂ ਦੀ ਜਿਵੇਂ ਕੋਈ ਝੋਲੀ ਵਿੱਚ ਸੱਪ ਰੱਖ ਕਰਕੇ ਤੇ ਐ ਗੂੜੀ ਨੀਂਦ ਸੁੱਤਾ ਹੋਵੇ, ਤੇ ਸੱਪ ਨੇ ਤਾਂ ਫਿਰ ਇੱਕ ਦਿਨ ਡੰਗਣਾ ਹੀ ਹੈ। ਅਬ ਲਗ ਲਖੈ ਸੰਬੰਧ ਬਨੈ ਹੈ, ਨਤ ਪਤ ਸ਼ਾਹ ਸੁਨਾਈ ਗਹਿ ਹੈ। ਹੁਣ ਤੱਕ ਚੰਦੂ ਇਹੀ ਸਮਝਦਾ ਰਿਹਾ ਕਿ ਮੇਰਾ ਸੰਬੰਧ ਗੁਰੂ ਘਰ ਨਾਲ ਬਣ ਜਾਵੇਗਾ, ਗੁਰੂ ਅਰਜਨ ਦੇਵ ਮੇਰੀ ਲੜਕੀ ਦਾ ਰਿਸ਼ਤਾ ਲੈ ਲੈਣਗੇ, ਨਹੀਂ ਤਾਂ ਨਤ ਪਤ ਸ਼ਾਹ ਸੁਨਾਏ ਗਏ, ਨਹੀਂ ਤਾਂ ਉਹਨੇ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਦੀ ਸ਼ਿਕਾਇਤ ਲਾ ਕਰਕੇ ਤੇ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰਵਾ ਦੇਣਾ ਸੀ। ਕਿਸ ਕੇ ਬਲ ਅਲੰਬ ਕੋ ਲੀਏ, ਬੈਠੇ ਬਿਨਾ ਤਰਾਸ ਕਰ ਹੀਏ। ਤੇ ਤੁਸੀਂ ਕਿਹਦਾ ਲੰਬ, ਕਿਹਦਾ ਬਲ ਦਾ ਆਸਰਾ ਲੈ ਕੇ ਹੁਣ ਤੱਕ ਬੈਠੇ ਹੋ? ਬਿਨਾਂ ਤਰਾਸ ਕਰ ਹੀਏ, ਆਪਣਾ ਹੀਏ ਹਿਰਦਾ ਬਿਨਾਂ ਕਿਸੇ ਡਰ ਤੇ ਭਉ ਤੋਂ ਕਰਕੇ ਬੜਾ ਬੇਖੌਫ ਹੋ ਕੇ ਤੁਸੀਂ ਬੈਠ ਰਹੇ ਹੋ। ਸੋਨ ਪ੍ਰਿਥੀਏ ਡਰ ਕੀਨ ਕਨੇਰਾ, ਬਿਗੜ ਨ ਜਾਏ ਅਨੁਜ ਸੰਗ ਮੇਰਾ। ਜਦੋਂ ਪਿਰਥੀ ਚੰਦ ਨੇ ਇੱਕ ਤਾਂ ਚਿੱਠੀ ਪੜ੍ਹੀ ਸੀ ਤੇ ਬਲਦੀ ਤੇ ਤੇਲ ਉਸ ਹਲਕਾਰੇ ਨੇ, ਚਿੱਠੀ ਲਿਆਉਣ ਵਾਲੇ ਨੇ ਹੋਰ ਕੋਲੋਂ ਗੱਲਾਂ ਬਾਤਾਂ ਵਧਾ ਚੜਾ ਕੇ ਕਰਕੇ ਪਾ ਦਿੱਤਾ। ਪਿਰਥੀ ਚੰਦ ਤਾਂ ਬਲ ਉੱਠਿਆ, ਬੜਾ ਡਰਿਆ ਘਬਰਾਇਆ, ਬਹੁਤਾ ਸੁਣ ਕਰਕੇ ਡਰਿਆ, ਤੇ ਮਨ 'ਚ ਸੋਚਣ ਲੱਗਾ ਬਿਗੜ ਨਾ ਜਾਏ ਅੰਜ ਸੰਗ ਮੇਰਾ, ਕਿ ਮੇਰੇ ਛੋਟੇ ਭਾਈ ਦੇ ਪਿੱਛੇ ਕਿਤੇ ਮੇਰੇ ਨਾਲ ਇਹ ਚੰਦੂ ਵਿਗੜ ਨਾ ਜਾਵੇ, ਕਿਤੇ ਮੇਰਾ ਛੋਟਾ ਭਰਾ ਕਾਰ ਨਾ ਬਣ ਜਾਵੇ ਕਿ ਮੇਰਾ ਇਹ ਮਿੱਤਰ ਬਣਦਾ ਬਣਦਾ ਚੰਦੂ ਮੇਰਾ ਦੁਸ਼ਮਣ ਬਣ ਜਾਵੇ। ਮੈਂ ਅਤ ਬੁਰਾ ਕੀਨ ਬਿਲ ਮਾਇਓ, ਆਪਨ ਦ્વੈਸ਼ ਕੋ ਨਹੀਂ ਲਖਾਇਓ। ਤੇ ਮੈਂ ਬੜਾ ਬੁਰਾ ਕੀਤਾ ਹੈ ਕਿ ਜਿਹੜੀ ਮੈਂ ਬਹੁਤੀ ਢੇਰ ਲਾ ਦਿੱਤੀ ਹੈ। ਬਿਲ ਮਾਇਓ, ਬਿਲਮ ਹੁੰਦੀ ਡੇਰੀ ਲਾਉਣੀ। ਮੈਂ ਅਤ ਬੁਰਾ ਕੀਨ ਬਿਲ ਮਾਇਓ, ਮੈਂ ਬੜਾ ਬੁਰਾ ਕੀਤਾ, ਆਪਣੇ ਆਪ ਦਾ ਬੁਰਾ ਕਰ ਲਿਆ ਜੋ ਮੇਰੇ ਕੋਲੋਂ ਡੇਰੀ ਲੱਗ ਗਈ ਹੈ। ਨਹੀਂ ਤਾਂ ਫਿਰ ਮੈਨੂੰ ਜਾ ਕਰਕੇ ਸਾਰਾ ਆਪਣਾ ਪੱਖ ਰੱਖਣਾ ਚਾਹੀਦਾ ਸੀ। ਆਪਣਾ ਦਵੈਸ਼ ਕੋ ਨਹੀਂ ਲਿਖਾਇਓ, ਜੋ ਮੇਰੀ ਮੇਰੇ ਭਰਾ ਨਾਲ ਦਵੈਸ਼, ਈਰਖਾ, ਨਫ਼ਰਤ, ਵੈਰ, ਵਿਰੋਧ ਹੈ, ਉਹ ਮੈਂ ਅਜੇ ਤੱਕ ਚੰਦੂ ਨੂੰ ਲਿਖਾ ਜਨਾ ਹੀ ਨਹੀਂ ਸਕਿਆ ਕਿ ਮੈਂ ਤਾਂ ਉਹਦਾ ਦੁਸ਼ਮਣ ਬਣਿਆ ਬੈਠਾ ਹਾਂ, ਜਿਹਦੇ ਕਰਕੇ ਤੂੰ ਮੈਨੂੰ ਧਮਕੀਆਂ ਦਿੰਦਾ ਹੈ ਕਿ ਆਪਣੇ ਭਰਾ ਨੂੰ ਕਹਿ ਦੇ ਮੇਰੀ ਲੜਕੀ ਦਾ ਰਿਸ਼ਤਾ ਲੈ ਲੈ, ਨਹੀਂ ਤੇ ਤੇਰੇ ਕੋਲੋਂ ਪਿੰਡ ਖੋਲਾਂਗਾ, ਜਗੀਰ ਖੋਲਾਂਗਾ। ਤੇ ਮੈਂ ਇਹ ਮੇਰੀ ਹੀ ਘਾਟ ਹੈ, ਮੇਰੇ ਵਿੱਚ ਹੀ ਇਹ ਬੁਰਾਪਨ ਹੈ ਕਿ ਮੈਂ ਆਪਣਾ ਇਹ ਜਿਹੜਾ ਭੇਦ ਸੀ ਇਹ ਚੰਦੂ ਨੂੰ ਸਮਝਾ ਨਹੀਂ ਸਕਿਆ ਹਾਂ। ਭਰਾਤਾ ਜਾਨ ਗਹਿ ਜਬ ਆਈ, ਪਤ ਬਿਗਰੇ ਕਿਆ ਬਨੈ ਉਪਾਈ। ਜਦੋਂ ਮੈਨੂੰ ਗੁਰੂ ਅਰਜਨ ਦੇਵ ਦਾ ਭਰਾ ਜਾਣ ਕੇ ਦੁਸ਼ਟ ਚੰਦੂ ਆ ਕੇ ਫੜੇਗਾ ਨਾ, ਮੈਨੂੰ ਗ੍ਰਿਫਤਾਰ ਕਰੇਗਾ, ਤੇ ਇੱਜ਼ਤ ਆਬਰੂ ਤਾਂ ਅੱਗੇ ਗਵਾ ਬੈਠਾ ਹਾਂ, ਬਚੀ ਕਿਹੜੀ ਹੈ? ਤੇ ਜਿਹੜੀ ਥੋੜੀ ਬਾਤੀ ਬਚੀ ਹੈ ਨਾ, ਉਹ ਮੇਰੀ ਇੱਜ਼ਤ ਆਬਰੂ ਜਾਂਦੀ ਰਵੇਗੀ, ਮੇਰੀ ਬੜੀ ਬੇਇੱਜ਼ਤੀ ਹੋਵੇਗੀ। ਚੰਦੂ ਸੰਗ ਬੈਰ ਤਿਸ ਕੀਰਾ, ਇਸ ਮਹਿ ਭਲਾ ਭਇਓ ਅਤ ਮੇਰਾ। ਖੁਸ਼ੀ ਕਿਸ ਗੱਲ ਦੀ ਹੋਈ? ਭਾਈ ਸਾਹਿਬ ਜੀ ਨੇ ਦੁੱਖ ਵੀ ਦੱਸ ਦਿੱਤਾ ਕਿ ਚਿੱਠੀ ਪੜ੍ਹ ਕੇ ਸੁਣ ਕੇ ਉਹਦੀਆਂ ਗੱਲਾਂ ਦੁੱਖ ਕਿਸ ਗੱਲ ਦਾ ਸੀ ਤੇ ਖੁਸ਼ੀ ਕਿਸ ਗੱਲ ਦੀ ਹੋਈ। ਹੁਣ ਖੁਸ਼ੀ ਬਾਰੇ ਸੁਣੋ, ਹਰਖ ਕਿਸ ਗੱਲ ਦਾ ਹੋਇਆ। ਹਾਂ, ਆਹ ਗੱਲ ਚੰਗੀ ਹੋਈ ਹੈ ਕਿ ਜਿਸ ਭਰਾ ਦੇ ਨਾਲ ਮੇਰਾ ਵੈਰ ਹੈ ਨਾ, ਚੰਦੂ ਦਾ ਵੀ ਉਹਦੇ ਨਾਲ ਹੀ ਵੈਰ ਹੈ, ਸਾਡਾ ਦੋਵਾਂ ਦਾ ਦੁਸ਼ਮਣ ਸਾਂਝਾ ਹੈ। ਫਿਰ ਅਸੀਂ ਦੋਵੇਂ ਮਿੱਤਰ ਬਣ ਗਏ।
ਚੰਦੂ ਸੰਗ ਬੈਰ ਤੇ ਸਕੇਰਾ। ਮੇਰੇ ਭਰਾਤਾ ਗੁਰੂ ਅਰਜਨ ਦੇਵ ਦਾ ਚੰਦੂ ਨਾਲ ਵੈਰ ਹੈ। ਹੁਣ ਚੰਦੂ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਈ ਵੱਟ ਬੰਨਾ ਨਹੀਂ ਸੀ ਸਾਂਝਾ, ਕੋਈ ਕੰਧ ਕੌਲਾ ਨਹੀਂ ਸੀ ਸਾਂਝਾ, ਕੋਈ ਰਾਜ ਭਾਗ ਨਹੀਂ ਸੀ ਸਾਂਝਾ, ਤੇ ਕਾਹਦਾ ਵੈਰ ਸੀ। ਇੱਥੇ ਹੁਣ ਪ੍ਰਿਥੀ ਚੰਦ ਦੇ ਵੀ ਬੇਸਮਝੀ ਕਹੀ ਜਾ ਸਕਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵੈਰ ਨਹੀਂ ਸੀ। ਹਾਂ, ਪ੍ਰਿਥੀ ਚੰਦ ਦਾ ਤੇ ਚੰਦੂ ਦਾ ਵੈਰ ਗੁਰੂ ਪਾਤਸ਼ਾਹ ਨਾਲ ਜ਼ਰੂਰ ਹੈ, ਉਹ ਵੈਰ ਕਰਦੇ ਨੇ। ਗੁਰੂ ਸਾਹਿਬ ਦਾ ਕਿਸੇ ਨਾਲ ਵੈਰ ਨਹੀਂ। ਕਿਸੇ ਇਤਿਹਾਸਕਾਰ ਨੂੰ, ਕਿਸੇ ਕਵੀ ਨੂੰ, ਕਿਸੇ ਦਾਨੇ ਨੂੰ ਪੁੱਛਣ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖੁਦ ਪੁੱਛ ਕੇ ਵੇਖ ਲਓ ਕਿ ਤੁਹਾਡਾ ਕਿਸੇ ਨਾਲ ਵੈਰ ਹੈ। ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਨਹੀਂ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਮੈਂ ਸਾਰਿਆਂ ਦਾ ਮਿੱਤਰ ਹਾਂ, ਮੈਂ ਸਾਰਿਆਂ ਨੂੰ ਆਪਣਾ ਮਿੱਤਰ ਬਣਾਇਆ ਹੈ। ਮੇਰਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਪਰ ਪ੍ਰਿਥੀ ਚੰਦ ਕਹਿ ਰਿਹਾ ਕਿ ਗੁਰੂ ਅਰਜਨ ਦੇਵ ਦਾ ਵੈਰ ਚੰਦੂ ਨਾਲ ਹੈ ਤੇ ਮੇਰੇ ਨਾਲ ਵੀ ਉਹਨਾਂ ਦਾ ਵੈਰ ਹੈ। ਇਸ ਵਾਸਤੇ ਸਾਡਾ ਦੋਵਾਂ ਦਾ ਦੁਸ਼ਮਣ ਉਹ ਸਾਂਝਾ ਹੈ। ਇਸ ਮੈਂ ਭਲਾ ਭਇਓ ਅਤ ਮੇਰਾ। ਐਸ ਗੱਲ ਵਿੱਚ ਮੇਰਾ ਭਲਾ ਹੋਇਆ ਹੈ ਕਿ ਸਾਡੀ ਦੋਵਾਂ ਦੀ ਮੈਜੋਰਟੀ ਬਣ ਗਈ, ਅਸੀਂ ਦੋਵੇਂ ਇਕੱਠੇ ਹੋ ਗਏ ਤੇ ਗੁਰੂ ਅਰਜਨ ਦੇ ਫਿਰ ਇਕੱਲਾ ਰਹਿ ਗਿਆ ਹੈ। ਔਰ ਉਹ ਇਸ ਗੱਲ ਤੋਂ ਅਣਜਾਣ ਹੈ। ਗੁਰੂ ਕਾ ਦੋਤਰਾ ਹੈ, ਪੁੱਤਰ ਹੈ, ਭਰਾ ਹੈ, ਤਾਇਆ ਹੈ, ਪਰ ਉਸ ਨੂੰ ਇਸ ਗੱਲ ਦਾ ਵਿਸ਼ਵਾਸ ਭਰੋਸਾ ਹੀ ਨਹੀਂ ਕਿ ਜਿਸ ਦਾ ਅਕਾਲ ਪੁਰਖ ਵਾਹਿਗੁਰੂ ਹੋਵੇ, ਸਤਿਗੁਰ ਹੋਏ ਦਿਆਲ, ਲੱਖ ਬਾਹੇ ਕਿਆ ਕੀਜੈ। ਗੁਰੂ ਰਾਮਦਾਸ ਮੇਰੇ ਭਰਾ ਤੇ ਦਿਆਲੂ ਕਿਰਪਾਲੂ ਨੇ, ਇੱਕ ਪਾਸੇ ਲੱਖਾਂ ਬਾਹਾਂ ਹੋਣ, ਉਸ ਦਾ ਕੱਖ ਨਹੀਂ ਵਿਗਾੜ ਸਕਦੀਆਂ ਜਿਹਦੇ ਤੇ ਗੁਰੂ ਦਿਆਲੂ ਕਿਰਪਾਲੂ ਪ੍ਰਸੰਨ ਹੋਵੇ। ਪਰਮੇਸ਼ਰ ਜਿਹਦੇ ਤੇ ਮਿਹਰਬਾਨ ਹੋਵੇ, ਉਹ ਇਕੱਲਾ ਹੀ ਹੋਵੇ, ਉਹਦਾ ਵਾਲ ਤੱਕ ਨਹੀਂ ਵਿੰਗਾ ਕਰ ਸਕਦਾ ਕੋਈ। ਪਰ ਹੁਣ ਸੋਚਣ ਲੱਗਾ ਸੀ ਦੋ ਹੋ ਗਏ ਹਾਂ ਤੇ ਇਹਦੇ ਵਿੱਚ ਸਾਡਾ ਮੇਰਾ ਬੜਾ ਭਲਾ ਹੋਇਆ ਹੈ, ਮੇਰੇ ਵਾਸਤੇ ਬੜੀ ਚੰਗੀ ਖਬਰ ਹੈ। ਤਾਉ ਜਨਾਏ ਬਿਨ ਨਿਜ ਦ્વੈਕ, ਮੋਕੋ ਬੁਰਾ ਬਨੈ ਸੁਭ ਸ਼ੀਖ। ਤਦੋਂ ਵੀ ਜਿੰਨਾ ਚਿਰ ਮੈਂ ਜਾ ਕੇ ਚੰਦੂ ਨੂੰ ਆਪਣੇ ਮਨ ਦੀ ਦਵੈਸ਼, ਈਰਖਾ, ਵੈਰ, ਵਿਰੋਧ ਗੁਰੂ ਅਰਜਨ ਦੇਵ ਦੇ ਬਾਰੇ ਜਨਾ ਨਹੀਂ ਨਾ ਦਿੰਦਾ, ਦੱਸ ਨਹੀਂ ਦਿੰਦਾ ਕਿ ਤੂੰ ਮੈਨੂੰ ਧਮਕੀਆਂ ਦੇਈ ਜਾਣਾ, ਮੈਂ ਤਾਂ ਉਹਦੀ ਜਾਨ ਦਾ ਵੈਰੀ ਬਣਿਆ ਬੈਠਾ ਹਾਂ। ਜਿੰਨਾ ਚਿਰ ਮੈਂ ਇਹ ਗੱਲ ਜਾ ਕੇ ਚੰਦੂ ਨੂੰ ਨਹੀਂ ਦੱਸ ਦਿੰਦਾ, ਉਹਨਾਂ ਚਿਰ ਮੇਰਾ ਬੁਰਾ ਹੀ ਬੁਰਾ ਚੰਦੂ ਮੇਰਾ ਵੈਰੀ ਬਣਿਆ ਰਹੇਗਾ। ਮੋਖੋ ਬੁਰਾ ਬਣੇ ਸੋ ਵਿਸ਼ੇਸ਼, ਵਿਸ਼ੇਸ਼ ਕਰਕੇ ਉਹਨਾਂ ਚਿਰ ਮੇਰੇ ਵਾਸਤੇ ਬਹੁਤਾ ਬੁਰਾ ਹੀ ਉਹ ਬਣਿਆ ਰਹੇਗਾ, ਮੇਰੇ ਨਾਲ ਉਹ ਭਲੀ ਨਹੀਂ ਗੁਜ਼ਾਰੇਗਾ। ਇਮ ਵਿਚਾਰ ਚਾਰ ਸੋ ਸਨਮਾਨਾ, ਦੀਨ ਬਾਕ ਤੇ ਸਾਥ ਬਖਾਨਾ। ਐਸਾ ਵਿਚਾਰ ਕੇ ਜਿਹੜਾ ਚਾਰ ਹੁੰਦਾ ਹਲਕਾਰਾ, ਚਾਰ ਸ਼ਬਦ ਬੜੇ ਅਰਥ ਰੱਖਦਾ, ਚਾਰ ਦਾ ਅਰਥ ਸੁੰਦਰ ਵੀ ਹੁੰਦਾ, ਸੋਹਣਾ ਹੁੰਦਾ ਹੈ, ਖੂਬਸੂਰਤ ਵੀ ਚਾਰ ਦਾ ਅਰਥ ਹੁੰਦਾ। ਚਾਰ ਗਿਣਤੀ ਦਾ ਸ਼ਬਦ ਵੀ ਹੈ, 3 ਤੋਂ ਅੱਗੇ 4, 5 ਤੋਂ ਪਿੱਛੇ 4, ਤੇ ਚਾਰ ਦਾ ਅਰਥ ਹਲਕਾਰਾ ਵੀ ਹੁੰਦਾ, ਜਿਹੜਾ ਚਿੱਠੀ ਪੱਤਰ ਲੈ ਕੇ ਆਉਂਦਾ, ਜਿਹਨੂੰ ਅੱਜ ਦੀ ਬੋਲੀ 'ਚ ਅਸੀਂ ਡਾਕੀਆ ਕਹਿ ਦਈਏ, ਪੋਸਟਮੈਨ ਕਹਿ ਦਈਏ। ਸੋ ਜਿਹੜਾ ਉਹ ਚਾਰ ਆਇਆ ਸੀ ਨਾ, ਭਾਈ ਸਾਹਿਬ ਕਹਿੰਦੇ ਸਨਮਾਨਾ, ਉਹਦਾ ਸਨਮਾਨ ਅਦਮ ਕੀਤਾ, ਬੜੇ ਦੀਨ ਹੋ ਕਰਕੇ ਵਾਕ ਬੋਲਿਆ, ਬੜੀ ਨਿਮਰਤਾ ਦੇ ਨਾਲ ਉਸ ਚਾਰ, ਉਸ ਹਲਕਾਰੇ ਦੇ ਨਾਲ ਪ੍ਰਿਥੀ ਚੰਦ ਪੇਸ਼ ਆਇਆ, ਆਪਣੇ ਭਾਵ ਨਾਲ ਗੱਲਬਾਤ ਕੀਤੀ। ਜਿਨ ਚੰਦੂ ਕੇ ਸੰਗ ਬਿਗਾਰੀ, ਸੋ ਤੋ ਮੋਰ ਛਤਰ ਹੈ ਭਾਰੀ। ਇਹਨੇ ਕੀ ਆਖਿਆ? ਕਹਿਣ ਲੱਗਾ ਹਲਕਾਰਾ ਜੀ, ਜਿਹਨੇ ਚੰਦੂ ਦੇ ਨਾਲ ਵਿਗਾੜ ਲਈ ਨਾ, ਤੇ ਉਹਨੂੰ ਤੁਸੀਂ ਮੇਰਾ ਭਰਾ ਸਮਝਦੇ ਹੋ? ਨਹੀਂ, ਉਹ ਮੇਰਾ ਭਰਾ ਨਹੀਂ ਹੈ। ਸੋ ਤੋ ਮੋਰ ਛਤਰ ਹੈ ਭਾਰੀ, ਭਾਵੇਂ ਅਸੀਂ ਇੱਕ ਮਾਂ ਪਿਓ ਦੇ ਜਾਏ ਹਾਂ, ਪਰ ਉਹ ਗੁਰੂ ਅਰਜਨ ਦੇਵ ਮੇਰਾ ਬੜਾ ਵੱਡਾ ਸ਼ਤਰੂ ਦੁਸ਼ਮਣ ਹੈ, ਉਹ ਮੇਰਾ ਭਰਾ ਨਹੀਂ ਹੈ। ਜਿਸ ਨੇ ਚੰਦੂ ਦੇ ਨਾਲ ਵਿਗਾੜ ਲਈ ਹੈ, ਉਹਨੂੰ ਮਤਾ ਮੇਰਾ ਭਰਾ ਸਮਝੋ, ਮੇਰਾ ਦੁਸ਼ਮਣ ਹੈ। ਜੇ ਤੇ ਸੰਗ ਕਰਨ ਕੁਛ ਚਾਹੋ, ਬਨੋ ਸਹਾਇਕ ਸਦਾ ਉਮਾਹੋ। ਤੇ ਜੇਕਰ ਚੰਦੂ ਉਹਨਾਂ ਦੇ ਨਾਲ ਕੁਛ ਕਰਨਾ ਚਾਹੁੰਦਾ ਹੈ, ਕੋਈ ਉਹਨਾਂ ਨੂੰ ਡੰਡ ਸਜ਼ਾ ਦੇਣਾ ਚਾਹੁੰਦਾ ਨਾ, ਤੇ ਮੈਂ ਜ਼ਰੂਰ ਚੰਦੂ ਦਾ ਸਹਾਈ ਬਣਾਂਗਾ, ਸਹਾਇਕ ਮਦਦਗਾਰ ਬਣਾਂਗਾ। ਚੰਦੂ ਦੀ ਸਹਾਇਤਾ ਸਦਾ ਉਮਾਹੋ, ਉਮਾਹਾ
ਚਾਅ ਤੇ ਉਤਸ਼ਾਹ ਦੇ ਨਾਲ ਉਹਦਾ ਸਹਾਇਕ ਮਦਦਗਾਰ ਬਣ ਕੇ ਉਹਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਾਂਗਾ, ਮਦਦ ਕਰਾਂਗਾ। ਮੋ ਕਹੋ ਇਸ਼ਟ ਹਤਨ ਤਿਸ ਕੀਰਾ, ਇਸ ਬਿਦ ਦੇਹੋ ਸੰਦੇਸ਼ਾ ਮੋਰਾ। ਤੇ ਮੋਕੋ ਇਸ਼ਟ ਕਹਿਣ ਲੱਗਾ ਕਿ ਮੇਰੇ ਮਨ ਵਿੱਚ ਬੜੀ ਇਸ਼ਟ ਹੁੰਦਾ ਹੈ, ਇੱਛਾ ਚਾਹਨਾ, ਮੇਰੇ ਮਨ ਦੀ ਇਹ ਮੁਰਾਦ ਹੈ ਕਿ ਮੈਂ ਆਪਣੇ ਭਰਾ ਨੂੰ ਖਤਮ ਕਰ ਦੇਵਾਂ, ਮਾਰ ਦੇਵਾਂ। ਜਾ ਕੇ ਇਸ ਤਰ੍ਹਾਂ ਮੇਰਾ ਸੰਦੇਸ਼ਾ, ਮੇਰਾ ਸੁਨੇਹਾ ਚੰਦੂ ਨੂੰ ਦੇਣਾ ਕਰਕੇ ਮੈਂ ਤਾਂ ਅੱਗੇ ਹੀ ਚਾਹੁੰਦਾ ਹਾਂ ਕਿ ਮੈਂ ਆਪਣੇ ਭਰਾ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਪੇਚ ਨੂੰ ਵਰਤ ਕੇ ਖਤਮ ਕਰ ਦੇਵਾਂ। ਜਿਸ ਦਿਨ ਗਹੋ ਕਿ ਮਾਰੋ ਤਾਹੀ, ਉਤ ਸਭ ਕਰੋ ਆਪਨ ਘਰ ਮਾਹੀ। ਤੇ ਚੰਦੂ ਨੂੰ ਜਾ ਕੇ ਆਖੇ ਕਿ ਜਿਸ ਦਿਨ ਤੂੰ ਮੇਰੇ ਭਰਾ ਨੂੰ ਗਾਹੋਂ ਫੜੇਗਾ ਜਾਂ ਉਹਨਾਂ ਨੂੰ ਖਤਮ ਕਰੇ ਮਾਰੇਗਾ ਨਾ, ਮੈਂ ਉਸ ਦਿਨ ਆਪਣੇ ਘਰ 'ਚ ਬੜਾ ਵੱਡਾ ਉਤਸਵ ਕਰਾਂਗਾ, ਖੁਸ਼ੀਆਂ ਮਨਾਵਾਂਗਾ। ਮੈਂ ਚਾਹਤ ਹੋ ਨਿਤ ਪ੍ਰਤ ਮਾਰਾ, ਨਹੀਂ ਪ੍ਰੰਤ ਚੱਲੇ ਮਮ ਚਾਰਾ। ਮੈਂ ਤਾਂ ਚਾਹੁੰਦਾ ਹਾਂ ਰਾਤ ਦਿਨ ਇਹੀ ਕਿ ਆਪਣੇ ਭਰਾ ਨੂੰ ਮਾਰ ਦੇਵਾਂ, ਖਤਮ ਕਰ ਦੇਵਾਂ, ਪਰੰਤੂ ਮੇਰਾ ਚਾਰਾ ਹੀ ਨਹੀਂ ਚੱਲਦਾ। ਚਾਰਾ ਹੁੰਦਾ ਯਤਨ, ਉਪਾਅ, ਢੰਗ। ਮੈਂ ਤਾਂ ਚਾਹੁੰਦਾ ਰਹਿੰਦਾ ਰਾਤ ਦਿਨ ਵਿਉਤਾਂ, ਢੰਗ, ਤਰੀਕੇ, ਉਪਾਅ, ਯਤਨ ਸੋਚਦਾ ਹਾਂ, ਪਰ ਮੇਰਾ ਕੋਈ ਯਤਨ, ਉਪਾਅ, ਚਾਰਾ ਸਿਰੇ ਨਹੀਂ ਚੜ੍ਹਦਾ। ਮੈਨੂੰ ਹਰ ਵਾਰੀ ਹਰ ਗੱਲ ਵਿੱਚ ਅਸਫਲਤਾ ਹੀ ਮਿਲਦੀ ਹੈ, ਬੇਇੱਜ਼ਤੀ ਹੀ ਸਹਾਰਨੀ ਪੈਂਦੀ ਹੈ। ਮੈਂ ਪਿਤ ਕੋ ਸੁਤ ਅਹੋਂ ਵਡੀਰਾ, ਸਭ ਤੇ ਲਗ ਸੋ ਲਖੋ ਕੁਟੀਰਾ। ਮੈਂ ਆਪਣੇ ਪਿਤਾ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹਾਂ ਤੇ ਸਭ ਤੇ ਲੱਗ ਸੋ ਉਹ ਜਿਹੜਾ ਮੇਰਾ ਭਰਾ ਗੁਰੂ ਅਰਜਨ ਦੇਵ ਹੈ, ਉਹ ਸਾਰਿਆਂ ਨਾਲੋਂ ਲੱਗਦਾ ਅਰਥ ਹੁੰਦਾ ਛੋਟਾ। ਛੋਟਾ ਹੈ ਤੇ ਲੱਖੋ ਖਟੇਰਾ ਕਹਿੰਦਾ ਉਹ ਖੋਟਾ ਵੀ ਹੈ। ਪਿਰਥੀ ਚੰਦ ਆਪ ਖੋਟਾ ਹੈ, ਉਹਨੂੰ ਖੋਟੇ ਹੀ ਸਾਰੇ ਦਿਸਦੇ ਨੇ। ਜਿਹੋ ਜਿਹੀ ਬੰਦੇ ਦੀ ਬਿਰਤੀ ਹੋਵੇ, ਭਲੇ ਨੂੰ ਭਲੇ ਦਿਸਦੇ ਨੇ, ਬੁਰੇ ਨੂੰ ਬੁਰੇ ਦਿਸਦੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਭਲੇ ਦੀ ਦ੍ਰਿਸ਼ਟੀ ਭਲੀ ਹੋਣ ਕਰਕੇ ਉਹਨੂੰ ਸਾਰਾ ਕੁਛ ਚੰਗਾ ਨਜ਼ਰ ਆਉਂਦਾ, ਕਿਉਂਕਿ ਉਹਦੀ ਨਿਗਾਹ ਦੀ ਐਨਕ ਚੰਗੀ ਹੈ। ਤੇ ਜਿਹਦੀ ਨਿਗਾਹ ਦੀ ਐਨਕ ਮਾੜੀ ਹੈ, ਉਹਨੂੰ ਸਾਰਾ ਕੁਛ ਮਾੜਾ ਹੀ ਨਜ਼ਰ ਆਉਂਦਾ। ਤੇ ਗੁਰੂ ਕੀ ਬਾਣੀ ਨੇ ਇਹਦੀ ਵਿਆਖਿਆ ਇਸ ਤਰੀਕੇ ਨਾਲ ਕੀਤੀ ਹੈ, ਸੁਖੀਏ ਕਉ ਪੇਖੇ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਸੁਖੀ ਨੂੰ ਸਾਰੇ ਸੁਖੀ ਨਜ਼ਰ ਆਉਂਦੇ ਨੇ, ਬਿਮਾਰ ਨੂੰ ਬਿਮਾਰ ਸਾਰੇ ਹੀ ਦਿਸਦੇ ਹਨ। ਜਿਹੜਾ ਰੋਗ ਵਿੱਚ ਗ੍ਰਸਿਆ ਉਹਨੂੰ ਸਾਰੇ ਰੋਗੀ ਨਜ਼ਰ ਆਉਂਦੇ ਹਨ, ਸੁਖੀ ਨੂੰ ਸੁਖੀ ਦਿਸਦੇ ਹਨ। ਇਹ ਬੰਦੇ ਦੀ ਬਿਰਤੀ ਹੈ ਕਿ ਜਿਹੋ ਜਿਹਾ ਆਪ ਹੋਵੇ ਉਹੋ ਜਿਹੇ ਨੂੰ ਦਿਸਦੇ ਨੇ। ਪਿਰਥੀ ਚੰਦ ਆਪ ਖੋਟਾ ਹੈ, ਆਪ ਛਲ ਫਰੇਬ ਤੇ ਧੋਖਾ ਕਰਨ ਵਾਲਾ ਹੈ। ਇਸ ਵਾਸਤੇ ਆਪਣੇ ਭਰਾ ਦੇ ਵਿੱਚ ਵੀ ਉਹੀ ਆਪਣੇ ਵਾਲੇ ਔਗਣ ਉਸ ਨੂੰ ਦਿਸਦੇ ਹਨ। ਬਲ ਛਲ ਕਰ ਸਭ ਵਸਤ ਸੰਭਾਰੀ, ਬਨ ਬੈਠਿਓ ਆਪੇ ਅਧਿਕਾਰੀ। ਕਹਿੰਦਾ ਮੇਰੇ ਭਰਾ ਨੇ ਵਾਲ ਛਲ ਧੋਖਾ ਫਰੇਬ ਕਰਕੇ ਸਾਰੀਆਂ ਘਰ ਦੀਆਂ ਵਸਤੂਆਂ ਸੰਭਾਲਣੀਆਂ ਤੇ ਆਪ ਅਧਿਕਾਰੀ ਬਣ ਕੇ ਬੈਠ ਗਿਆ ਹੈ। ਚੌਂ ਦਿਸ਼ ਕੀ ਨਰ ਦਰਬ ਚੜਾਵੇ, ਭਇਓ ਧਨੀ ਬਹੁ ਉਰਗਰ ਬਾਵੇ। ਚੌਵਾਂ ਦਿਸ਼ਾਵਾਂ ਦੇ ਲੋਕ ਆ ਕੇ ਉਹਦੇ ਅੱਗੇ ਪੈਸਾ ਅਰਪਣ ਕਰਦੇ, ਮਾਇਆ ਵਿਭੂਤੀ ਬੜੀ ਚੜ੍ਹਦੀ, ਤੇ ਜਿਸ ਕਰਕੇ ਉਹ ਹੰਕਾਰੀ ਹੋ ਗਿਆ ਹੈ। ਸ਼ੀਨ ਲੀਨ ਮੇਰੋ ਅਧਿਕਾਰਾ, ਪਿਤ ਪੁਰਤੀ ਕਹਿ ਵਹਿਰ ਨਿਕਾਰਾ। ਉਹਨਾਂ ਨੇ ਮੇਰਾ ਅਧਿਕਾਰ ਹੱਕ ਜਿਹੜਾ ਛੀਨ ਲਿਆ, ਖੋਹ ਲਿਆ, ਤੇ ਮੈਨੂੰ ਜਿਹੜੀ ਆਪਣੀ ਪੂਰੀ ਨਗਰੀ ਸੀ ਨਾ ਅੰਮ੍ਰਿਤਸਰ, ਉੱਥੋਂ ਉਹਨਾਂ ਨੇ ਜਬਰਨ ਕੱਢ ਦਿੱਤਾ ਹੈ। ਕਿਸੇ ਨਹੀਂ ਸੀ ਕੱਢਿਆ। ਆਪ ਨੇ ਸੁਣਿਆ ਪਿਰਥੀ ਚੰਦ ਸ਼ਰਮ ਦਾ ਮਾਰੇ ਨਿਕਲ ਗਿਆ ਸੀ ਜਦੋਂ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜ਼ਹਿਰ ਵਾਲਾ ਦਹੀਂ ਖਵਾਉਣ ਵਾਸਤੇ ਇੱਕ ਬਾਹਮਣ ਨੂੰ ਤਿਆਰ ਕੀਤਾ ਸੀ। ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਸ ਦੁਨੀ ਚੰਦ ਬ੍ਰਾਹਮਣ ਦੀ ਹਾਲਤ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਲਿਖ ਦਿੱਤੀ ਕਿ ਦੁਸ਼ਟ ਬ੍ਰਾਹਮਣ ਮੁਆ ਹੋਏ ਕੇ ਸੂਲ, ਉਹ ਤੜਫ ਕੇ ਬ੍ਰਾਹਮਣ ਮਰ ਗਿਆ ਸੀ। ਅਕਾਲ ਪੁਰਖ ਨੇ ਸਾਹਿਬਜ਼ਾਦਾ ਜੀ ਦੀ ਰੱਖਿਆ ਕੀਤੀ। ਬੰਦੇ ਦੇ ਕਰਮ ਹੀ ਬੰਦੇ ਨੂੰ ਲੈ ਡੁੱਬਦੇ ਹਨ, ਪਰ ਬੰਦੇ ਦੀ ਸੁਰਤੀ ਹਮੇਸ਼ਾ ਦੂਸਰੇ ਵਾਲੇ ਪਾਸੇ ਜਾਂਦੀ। ਤਾਈਏ ਸਾਹਿਬਾਂ ਕਿਹਾ ਹੈ ਕਿ ਭਾਈ ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ
ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਪਰ ਪਿਰਥੀ ਚੰਦ ਦੀ ਸੁਰਤ ਬਾਹਰ ਮੁਖ ਹੋਣ ਕਰਕੇ ਕਹਿੰਦਾ ਹੈ ਕਿ ਮੈਨੂੰ ਮੇਰੇ ਭਰਾ ਨੇ ਇਹ ਪਿੰਡੋਂ ਕਢਵਾ ਦਿੱਤਾ ਹੈ। ਤੁਮ ਸਾਹਮਣੇ ਮੋਹਿ ਸ਼ਾਹ ਮਿਲਾਵਾ, ਏਕ ਗ੍ਰਾਮ ਤਬ ਤਿਸ ਤੇ ਪਾਵਾ। ਤੇ ਤੂੰ ਜਾ ਕੇ ਮੇਰੇ ਵੱਲੋਂ ਉਸ ਚੰਦੂ ਨੂੰ ਆਖੀ ਕਵੇਂ ਕਿ ਤੇਰੇ ਵਰਗਿਆਂ ਨੇ ਹੀ ਮੈਨੂੰ ਬਾਦਸ਼ਾਹ ਦੇ ਨਾਲ ਮਿਲਾਇਆ, ਮੁਲਾਕਾਤ ਕਰਵਾਈ ਸੀ, ਤੇ ਤੁਹਾਡੀ ਕਿਰਪਾ ਨਾਲ ਹੀ ਆ ਨਗਰ ਮੈਨੂੰ ਪ੍ਰਾਪਤ ਹੋਇਆ ਸੀ ਤੇ ਇਹਦਾ ਪਟਾ ਮੈਨੂੰ ਪ੍ਰਾਪਤ ਹੋਇਆ। ਮੈਂ ਇਸ ਨਗਰ ਦਾ ਮਾਲਕ ਬਣਿਆ ਹਾਂ। ਸਾਥ ਗਰੀਬੀ ਕਰੋ ਗੁਜ਼ਾਰਾ, ਲੱਖ ਮੁਝ ਆਪਨੋਂ ਕੀਜੈ ਪਿਆਰਾ। ਮੈਂ ਤਾਂ ਬੜਾ ਗਰੀਬੀ ਵਿੱਚ ਦਿਨ ਕੱਟ ਰਿਹਾ, ਗੁਜ਼ਾਰਾ ਕਰ ਰਿਹਾ ਹਾਂ, ਮੇਰਾ ਤਾਂ ਮਸਾਂ ਹੀ ਟਾਈਮ ਪਾਸ ਹੋ ਰਿਹਾ ਹੈ, ਤੇ ਇਸ ਵਾਸਤੇ ਮੈਨੂੰ ਆਪਣਾ ਜਾਣ ਕਰਕੇ ਕੀਜੇ ਪਿਆਰਾ, ਪਿਆਰ ਕਰਨਾ ਕਰ। ਹੁਣ ਜਿਹੜਾ ਬੰਦਾ ਪਿਰਥੀ ਚੰਦ ਦੀ ਤਰ੍ਹਾਂ ਬਗਾਨਿਆਂ ਕੋਲੋਂ ਪਿਆਰ ਭਾਲੇ ਤੇ ਆਪਣਿਆਂ ਨਾਲ ਦੁਸ਼ਮਣੀ ਵੈਰ ਕਰੇ, ਕੀ ਇਹ ਆਸ ਕੀਤੀ ਜਾ ਸਕਦੀ ਕਿ ਬਗਾਨੇ ਕੋਲੋਂ ਪਿਆਰ ਮਿਲ ਸਕਦਾ ਹੈ? ਭਾਈ ਗੁਰਸਾਹਿਬ, ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਇਹੋ ਜਿਹੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਨੇ। ਇੱਕ ਵੱਛਾ ਜਾ ਕੇ ਦੂਜੀ ਗਾਂ ਦੇ ਥੱਲੇ ਪਵੇ ਨਾ, ਭਾਈ ਸਾਹਿਬ ਕਹਿੰਦੇ ਦੁੱਧ ਨਾ ਪਾਣ ਕਰੇ ਮਾਰਤ ਹੈ ਲਾਤ ਜੀ। ਉਹ ਲੱਤ ਬੂਥੇ ਤੇ ਮਾਰਦੀ ਹੈ, ਪਿਛਾਂ ਢਾ ਦਿੰਦੀ ਹੈ। ਪਸ਼ੂਆਂ ਨੂੰ ਵੀ ਪਤਾ ਹੁੰਦਾ ਕਿ ਸਾਡਾ ਬੱਚਾ ਨਹੀਂ ਹੈ, ਤੇ ਉਹੀ ਮਾਂ ਉਹ ਬੜੇ ਪਿਆਰ ਨਾਲ ਦੁੱਧ ਚੁਗਾਉਂਦੀ ਹੈ। ਮਾਂ ਨੂੰ ਪਤਾ ਕਿ ਮੇਰਾ ਹੀ ਬੱਚਾ ਹੈ। ਆਪਣਿਆਂ ਕੋਲੋਂ ਹੀ ਪਿਆਰ ਮਿਲ ਸਕਦਾ ਹੈ। ਭਾਈ ਸਾਹਿਬ ਨੇ ਇੱਕ ਹੋਰ ਉਦਾਹਰਨ ਦਿੱਤੀ, ਕਹਿੰਦੇ ਲੱਖਾਂ ਮਾਸੀਆਂ ਹੋਣ ਪਰ ਲੱਖਾਂ ਮਾਸੀਆਂ ਮਾਂ ਵਾਲਾ ਪਿਆਰ ਨਹੀਂ ਦੇ ਸਕਦੀਆਂ। ਮਾਂ ਦਾ ਪਿਆਰ ਮਾਂ ਦਾ ਹੀ ਹੁੰਦਾ ਹੈ। ਹੁਣ ਬਾਣੀ ਦੇ ਜਿਹੜਾ ਸਾਹਿਬਾਂ ਪ੍ਰਮਾਣ ਦਿੱਤਾ ਨਾ, ਉਹ ਕਿਸੇ ਦੁਸ਼ਮਣ ਦਾ ਨਹੀਂ ਦਿੱਤਾ, ਸਗੋਂ ਬਾਣੀ 'ਚ ਪ੍ਰਮਾਣ ਦਿੱਤਾ ਜੈਸੇ ਰਨ ਮੈਂ ਸਖਾ ਭਰਾਤ। ਜੰਗ ਦੇ ਮੈਦਾਨ 'ਚ ਜਿਵੇਂ ਭਰਾ ਕੰਮ ਆਉਂਦਾ ਹੈ। ਬਥੇਰਾ ਸਮਝਾਇਆ ਸੀ ਕੁੰਭਕਰਨ ਨੇ ਰਾਵਣ ਨੂੰ ਕਿ ਤੂੰ ਜ਼ਿਆਦਤੀ ਕੀਤੀ ਹੈ, ਕਿਸੇ ਦੀ ਧਰਮ ਪਤਨੀ ਉਠਾ ਕੇ ਲੈ ਜਾ ਕੇ ਵਾਪਸ ਕਰ ਆ। ਘਰਵਾਲੀ ਨੇ ਸਮਝਾਇਆ, ਪਰ ਉਹ ਇੰਨਾ ਹੰਕਾਰੀ ਸੀ ਕਿ ਉਹ ਕਿਸੇ ਦੇ ਆਖੇ ਨਹੀਂ ਸੀ ਲੱਗਦਾ, ਆਪਣੀ ਗੱਲ ਪਗਾਉਂਦਾ ਸੀ। ਅਖੀਰ ਭਾਵੇਂ ਕੁੰਭਕਰਨ ਨੂੰ ਪਤਾ ਸੀ ਮੇਰਾ ਭਰਾ 100% ਹੀ ਝੂਠਾ ਤੇ ਪਾਪੀ ਦੁਸ਼ਟ ਬਿਰਤੀ ਦਾ ਧਾਰਨੀ ਹੋ ਚੁੱਕਾ ਹੈ, ਫਿਰ ਵੀ ਉਹਨੇ ਭਰਾ ਦੀ ਮਦਦ ਕੀਤੀ ਸੀ। ਹੰਕਾਰੀ ਰਾਵਣ ਦਾ ਹੀ ਸਾਥ ਦਿੱਤਾ। ਪਾਸੇ ਹਟ ਪਰਨਾ ਕਰਨ ਪੂਰਾ ਕਰਨਾ, ਸੋਧੇ ਹੋਏ ਪਰਨਾ ਨੂੰ ਬੰਦਿਆਂ ਦਾ ਮਾਣ ਲੈ ਗਿਆ ਰਾਵਣ ਕੁੰਭਕਰਨਾਂ ਨੂੰ ਕਿ ਸਾਡੇ ਨਾਲ 4 ਬੰਦੇ ਤੁਰਨ ਵਾਲੇ ਨੇ, ਸਾਡੇ ਕੋਲ ਹਕੂਮਤ ਹੈ, ਹਥਿਆਰ ਬੰਦਾ ਹੈ। ਅਖੀਰ ਕੋਈ ਲੱਭਾ ਨਾ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ। ਵੱਡੇ ਵੱਡੇ ਤੁਰ ਗਏ। ਪਿਰਥੀ ਚੰਦ ਦੁਸ਼ਮਣ ਕੋਲੋਂ ਪਿਆਰ ਭਾਲਦਾ ਹੈ। ਆਪਣਿਆਂ ਨੂੰ ਛੱਡ ਕੇ ਕਹਿਣ ਲੱਗਾ ਕਿ ਮੈਨੂੰ ਆਪਣਾ ਜਾਣ ਕਰਕੇ ਪਿਆਰ ਕਰ, ਮੈਂ ਤਾਂ ਗਰੀਬੀ ਵਿੱਚ ਮਸਾਂ ਹੀ ਆਪਣਾ ਗੁਜ਼ਾਰਾ ਕਰਦਾ, ਦਿਨ ਕੱਟੀ ਕਰ ਰਿਹਾ ਹਾਂ। ਹਮ ਤੋ ਤੁਮਰੇ ਨਿਤ ਅਨੁਸਾਰੀ, ਤੇ ਭਰਾਤਾ ਲਖ ਦੇਹ ਨਾ ਬਿਗਾਰੀ। ਤੇ ਅਸੀਂ ਤਾਂ ਤੁਹਾਡੇ ਨਿਤਾਂ ਪ੍ਰਤੀ ਅਨਸਾਰੀ ਹਾਂ, ਤੇ ਮੈਨੂੰ ਗੁਰੂ ਅਰਜਨ ਦੇਵ ਦਾ ਭਰਾ ਜਾਣ ਕਰਕੇ ਤੇ ਕਿਤੇ ਮੈਨੂੰ ਨਾ ਸਜ਼ਾ ਦੇ ਦਵੀਂ, ਮੇਰੇ ਨਾਲ ਨਾ ਕਿਸੇ ਤਰ੍ਹਾਂ ਵਿਗਾੜ ਕਰਕੇ ਤੇ ਮੇਰਾ ਨੁਕਸਾਨ ਨਾ ਕਿਤੇ ਕਰ ਦਵੀਂ ਕਿ ਮੈਂ ਗੁਰੂ ਅਰਜਨ ਦੇਵ ਦਾ ਭਰਾ ਹਾਂ। ਭਰਾ ਭਰੂ ਕੋਈ ਨਹੀਂ, ਮੇਰਾ ਉਹਦੇ ਨਾਲੋਂ ਨਾਤਾ ਸੰਬੰਧ ਤੋੜ ਚੁੱਕਾ ਹਾਂ, ਤੇ ਇਹ ਕਿਤੇ ਭੁਲੇਖੇ ਵਿੱਚ ਨਾ ਰਵੇ ਕਿ ਮੈਂ ਗੁਰੂ ਦਾ ਭਰਾ ਹਾਂ। ਭਰਾ ਵਾਲੀ ਮੇਰੇ ਵਿੱਚ ਕੋਈ ਗੱਲ ਨਹੀਂ, ਤੇ ਮੇਰਾ ਕਿਤੇ ਕੋਈ ਨੁਕਸਾਨ ਨਾ ਕਰ ਦੇਵੇਂ। ਮਿਹਰਬਾਨਗੀ ਹਮ ਪਰ ਕਰੀਏ, ਨਿਜ ਸ਼ਤਰੂ ਕੋ ਪਕੜ ਸੰਘਰੀਏ। ਮੇਰੇ ਉੱਪਰ ਆਪਣੀ ਮਿਹਰਬਾਨਗੀ ਕਰੇ ਰੱਖੀ, ਮਿਹਰ ਕਰੀ, ਦਇਆ ਕਰੇ ਰੱਖੇ। ਤੇ ਜਿਹੜਾ ਨਿਜ ਸ਼ਤਰੂ ਹੈ ਨਾ, ਆਪਣਾ ਸ਼ਤਰੂ ਦੁਸ਼ਮਣ ਸਾਂਝਾ ਹੈ ਗੁਰੂ ਅਰਜਨ ਦੇਵ, ਉਹਨੂੰ ਪਕੜ ਸੰਘਰੀਏ, ਉਸ ਨੂੰ ਫੜ ਕਰਕੇ ਸੰਘਰੀਏ। ਸੰਘਰਨ ਦਾ ਅਰਥ ਹੁੰਦਾ ਮਾਰਨਾ, ਖਤਮ ਕਰਨਾ। ਗੁਰੂ ਅਰਜਨ ਦੇਵ ਨੂੰ ਫੜ ਕਰਕੇ ਆਪਾਂ ਰਲ ਮਿਲ ਕੇ ਖਤਮ ਕਰੀਏ। ਸਾਡਾ ਦੋਵਾਂ ਦਾ ਦੁਸ਼ਮਣ ਇੱਕੋ ਹੈ। ਇਸ ਵਾਸਤੇ ਅਸੀਂ ਉਹ ਯਤਨ ਕਰੀਏ ਕਿਤੇ ਭੁਲੇਖੇ ਵਿੱਚ ਮੈਨੂੰ ਨਾ ਰਗੜ ਸੁੱਟੀ। ਮੈਂ ਤਾਂ ਮਸਾਂ ਗਰੀਬੀ ਵਿੱਚ ਟਾਈਮ ਪਾਸ ਕਰਦਾ, ਦਿਨ ਬਤੀਤ ਕਰ ਰਿਹਾ, ਦਿਨ ਕੱਟ ਰਿਹਾ ਹਾਂ। ਇਹ ਸਾਰਾ ਕੁਛ
ਪਿਰਥੀ ਚੰਦ ਨੇ ਕਹਿ ਕਰਕੇ ਆਪਣੇ ਵੱਲੋਂ ਉਸ ਹਲਕਾਰੇ ਨੂੰ ਦਿੱਲੀ ਵੱਲ ਨੂੰ ਘੱਲਿਆ। ਕੁਛ ਮਾਇਆ ਵਿਭੂਤੀ ਵੀ ਦਿੱਤੀ ਕਿ ਮੇਰੇ ਪੱਖ ਦੀ ਗੱਲ ਕਰੇਗਾ। ਸੋ ਜਿਵੇਂ ਫਿਰ ਭਾਈ ਸਾਹਿਬ ਜੀ ਅੱਗੇ ਸੁਣਾ ਰਹੇ ਨੇ, ਦੁਸ਼ਟ ਚੰਦੂ ਦਾ ਅਤੇ ਪਿਰਥੀ ਚੰਦ ਦਾ ਮੇਲ ਮਿਲਾਪ ਹੋਇਆ ਅਤੇ ਬਾਣੀ ਦਾ ਬਚਨ ਹੈ, ਦੁਸ਼ਟ ਸਭਾ ਮੇਲ ਮੰਤਰ ਪਕਾਇਆ। ਬਾਣੀ ਵਿੱਚ ਕਈ ਤਰ੍ਹਾਂ ਦੀ ਸਭਾ ਦਾ ਜ਼ਿਕਰ, ਇੱਕ ਸੰਤ ਸਭਾ ਹੁੰਦੀ ਹੈ, ਇੱਕ ਗੁਰ ਸਭਾ ਹੁੰਦੀ ਹੈ, ਇੱਕ ਦੁਸ਼ਟ ਸਭਾ ਹੁੰਦੀ ਹੈ। ਉਹ ਸਭਾ ਜਿੱਥੇ ਦੁਸ਼ਟ ਬੈਠ ਕਰਕੇ ਸਲਾਹ ਮਸ਼ਵਰਾ ਕਰਦੇ ਉਹਨੂੰ ਦੁਸ਼ਟ ਸਭਾ ਕਹਿੰਦੇ ਨੇ। ਬਾਣੀ ਵਿੱਚ ਇਹਨਾਂ ਸਾਰੀਆਂ ਸਭਾ ਦਾ ਜ਼ਿਕਰ ਕੀਤਾ। ਜਿਵੇਂ ਇਹਨਾਂ ਦੁਸ਼ਟਾਂ ਨੇ ਮੇਲ ਮਿਲਾਪ ਕਰਕੇ ਗੰਢ ਤੁੱਪ ਕੀਤਾ ਕਿ ਕਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨੁਕਸਾਨ ਪਹੁੰਚਾਇਆ ਜਾਵੇ। ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਹਮ ਤੋ ਤੁਮਰੀ ਨਿਤ ਅਨੁਸਾਰੀ, ਤੇ ਭਰਾਤਾ ਲਖ ਦੇਵ ਨਾ ਬਿਗਾਰੀ। ਮਿਹਰਬਾਨਗੀ ਹਮ ਪਰ ਕਰੀਏ, ਨਿਜ ਚਤਰੂ ਕੋ ਪਕੜ ਸੰਘਰੀਏ। ਵਾਹਿਗੁਰੂ ਅਚੁੱਤ ਹੈ ਪਾਰ
ब्रह्म अविनाशी अगनास हे पूरन हे सर्वमय दुख भंजन गुण तास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हार हरे है पी होवनहार हे संत कै सदा संग नितारा आधार हे ठाकुर हाँ दास रो मैं निर्गुण गुण नहीं कोई नानक दीजै नाम दान राखो हियै परोए आए प्रभ शरणागति कृपा निध दयाल एक अक्षर हार मान बसत नानक होत निहाल वाहिगुरु नाम जहाज है चढ़े सोतरे पार जो शरदा कार सेवदे गुर पार उतारन हार जो शरदा कार